ਮੈਂ ਕਹਿੰਦਾ ਨੌਜਵਾਨ ਅੱਗੇ ਆਉਣਾ ਚਾਹੁੰਦੇ ਆ, ਆਉਣ ਕਿੱਥੇ, ਸਪੇਸ ਨਹੀਂ ਸੀ ਬਚੀ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਹਲਕੇ ਪੱਕੇ ਤੌਰ ਤੇ ਵੰਡੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਧੀਆਂ ਪੁੱਤ ਰੈਡੀ ਹੋ ਰਹੇ ਸੀ ਤੇ ਕਿਸੇ ਇਧਰੋਂ ਉਧਰੋਂ ਕਿਸੇ ਨੂੰ ਯਕੀਨ ਹੀ ਨਹੀਂ ਸੀ ਸਾਡੀ ਵਾਰੀ ਆਉਣੀ, ਕਹਿੰਦੇ ਯਾਰ ਤੁਸੀਂ ਆਪਣਾ ਧੰਦਾ ਕਰੋ, ਬਹੁਤੇ ਬਾਹਰ ਇਸੇ ਕਰਕੇ ਚਲੇ ਗਏ। ਸੋ ਮੈਨੂੰ ਲਾਲਪੁਰਾ ਸਾਹਿਬ ਇੰਝ ਲੱਗਦਾ ਹੈ ਕਿ ਕਿਸੇ ਮੰਚ ਤੋਂ ਬਿਨਾਂ, ਕਿਸੇ ਨਵੀਂ ਆਈਡੀਓਲੋਜੀ ਤੋਂ ਬਿਨਾਂ ਪਿੰਡ ਪੱਧਰ ਤੇ ਵੀ ਬੈਠਾ ਚੰਗਾ ਬੰਦਾ ਉਹ ਜੁੜੂ ਕਿਹਦੇ ਨਾਲ? ਆਖਰ ਉਹ ਤਾਂ ਫਿਰ ਜੁੜਿਆ ਹੀ ਹੈ ਜਿਨ੍ਹਾਂ ਨਾਲ ਜੁੜਿਆ, ਜਿਹੜੀਆਂ ਧਿਰਾਂ ਰੋਜ਼ ਸੱਤਾ 'ਚ ਸੁਪਨੇ ਵੀ ਲੈਂਦੀਆਂ ਤੇ ਸੱਤਾ 'ਚ ਬੈਠੀਆਂ। ਰੰਧਾਵਾ ਸਾਹਿਬ, ਜਿਹੜੀ ਤੁਹਾਡੀ ਅਪਰੋਚ ਹੈ ਨਾ, ਬਹੁਤ ਅੱਛੀ ਅਪਰੋਚ ਹੈ। ਦੇਖੋ, ਸੈਂਟਰ ਦੇ ਵਿੱਚ ਮੈਂ ਬੜੀ ਵਾਰੀ ਹਰ ਜਗ੍ਹਾ ਇਹ ਗੱਲ ਕਰਦਾ ਹੁੰਦਾ ਹੈ ਕਿ ਸੈਂਟਰ ਦੇ ਵਿੱਚ ਬਹੁਤ ਸਾਰੇ ਕੋਈ 60-70 IAS ਅਫਸਰ ਇਕੱਠੇ ਹੋਏ, ਉਹਦੇ 'ਚ IPS ਵੀ, ਦੂਜੇ ਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ। ਉਹਨਾਂ ਨੇ ਜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਵੀ ਕੋਈ ਗਲਤ ਫੈਸਲਾ ਕਰਦੇ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਉਹਦੇ ਤੇ ਸਾਰੇ ਜਣੇ ਮਿਲ ਕੇ ਜਿਹੜਾ ਹੈ ਉਹਨਾਂ ਨੂੰ ਸਵਾਲ ਕਰਦੇ ਆ, ਚਿੱਠੀ ਲਿਖ ਕੇ ਭੇਜਦੇ ਆ। ਉਹ ਮੰਚ ਬਣ ਗਿਆ। ਲੇਕਿਨ ਮੈਂ ਪੰਜਾਬ 'ਚ ਵੀ ਬੜੇ ਸਾਰੇ IAS ਅਫਸਰਾਂ ਨੂੰ, ਹੋਰਾਂ ਨੂੰ ਮਿਲਿਆ, ਕੋਸ਼ਿਸ਼ ਕੀਤੀ ਹੈ ਕਿ ਕੀ ਅਸੀਂ ਪੰਜਾਬ 'ਚ ਇੱਕ ਐਸਾ ਮੰਚ ਬਣਾ ਸਕਦੇ ਹਾਂ। ਹਾਲੇ ਤੱਕ ਤਾਂ ਕਾਮਯਾਬੀ ਹੋਈ ਨਹੀਂ ਤੇ ਮੈਂ ਸਮਝਦਾ ਕਿ ਆਪਾਂ ਨੂੰ ਜਿਹੜਾ, ਦੇਖੋ ਇਹ ਬੜਾ ਔਖਾ ਕੰਮ ਹੈ ਬਿਊਰੋਕਰੇਟਸ ਨੂੰ ਇਕੱਠੇ ਕਰਨਾ, ਲੇਕਿਨ ਸੌਖਾ ਕੰਮ ਇਹ ਹੈ ਕਿ ਕੁਝ ਬਿਊਰੋਕਰੇਟ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆ, ਇਹ ਨਹੀਂ ਕਿ ਪਿੰਡ 'ਚ ਅਸੀਂ ਆ ਕੇ ਕੋਈ, ਜਿਹੜੇ ਬੰਦੇ ਆਪਣੇ ਪਿੰਡਾਂ ਦੇ ਰਹਿਣ ਵਾਲੇ ਆ ਉਹ ਪਿੰਡਾਂ 'ਚ ਆਉਣ, ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਆ ਉਹ ਸ਼ਹਿਰਾਂ 'ਚ ਆਉਣ। ਸਵਾਲ ਇਹ ਆ ਕਿ ਜਿੰਨਾ ਚਿਰ ਕੋਈ ਪਾਵਰ ਜਿਹੜੀ ਹੈ ਨਾ, ਭਾਵੇਂ ਉਹ ਆਈਡੀਓਲੋਜੀਕਲੀ ਹੋਵੇ, ਭਾਵੇਂ ਤੁਹਾਡੇ ਵਰਗੇ ਇੰਟੈਲੈਕਚੁਅਲਸ ਦੀ ਹੋਵੇ, ਜਿੰਨਾ ਚਿਰ ਉਹ ਸੰਗਠਿਤ ਨਹੀਂ ਹੁੰਦੀ। ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਕਿ ਥਿੰਕ ਟੈਂਕ, ਮੈਂ ਹੁਣ ਇਹ ਪੁਰਾਣਾ ਸ਼ਬਦ ਹੋ ਗਿਆ, ਥਿੰਕ ਟੈਂਕ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ ਕਿ ਹੁਣ ਤੁਸੀਂ ਉਹ ਚਿਹਰੇ ਹੋ ਜਿਹੜੇ, ਮੇਰੇ ਕੋਲ ਲਗਭਗ 200 ਬੰਦਾ ਜੁੜਿਆ ਇਸ ਤਰ੍ਹਾਂ ਦਾ ਜਿਹੜੇ ਬਹੁਤ ਬਿਹਤਰ ਹੈ, ਉਹਨਾਂ ਦਾ ਵਰਗੀਕਰਨ ਕੀਤਾ ਜਾ ਸਕਦਾ, ਲੇਕਿਨ ਉਹਨਾਂ ਦੇ ਵਿੱਚੋਂ ਕੋਈ 40 ਦੇ ਕਰੀਬ ਇਹੋ ਜਿਹੇ ਲੋਕ ਆ ਜਿਹੜੇ ਪ੍ਰੈਕਟੀਕਲੀ ਕੰਮ ਕਰਨਾ ਚਾਹੁੰਦੇ। ਉਹਨਾਂ ਦੇ ਵਿੱਚੋਂ ਕਈ ਪ੍ਰੋਫੈਸ਼ਨਲ ਇਹੋ ਜਿਹੇ ਆ ਜਿਹੜੇ ਤੁਹਾਨੂੰ ਨੀਤੀ ਬਣਾ ਕੇ ਦੇ ਸਕਦੇ ਆ। ਸੋ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਪੋਲੀਟੀਸ਼ੀਅਨਸ ਦੇ ਮੂੰਹ ਵੱਲ, ਐਸਟੈਬਲਿਸ਼ ਪਾਰਟੀਆਂ ਦੇ ਮੂੰਹ ਵੱਲ ਵੇਖਣ ਦੀ ਬਜਾਏ ਜੇਕਰ ਇਸ ਪ੍ਰਕਿਰਿਆ ਨੂੰ ਸ਼ੁਰੂ ਕਰੀਏ, ਤੁਸੀਂ ਇਸ ਧਰਤੀ ਨੂੰ ਜੇ ਸਿੰਜਣਾ ਹੈ, ਤੁਹਾਡੇ ਕੋਲ ਤਰੀਕਾ ਕੀ ਬਚਦਾ ਹੈ? ਤੁਹਾਨੂੰ ਕੋਈ ਪਲੇਟਫਾਰਮ ਖੜੇ ਕਰਨੇ ਪੈਣਗੇ, ਤੁਹਾਨੂੰ ਬੰਦਿਆਂ ਨੂੰ ਕੋਈ ਨਾ ਕੋਈ ਨੀਤੀ ਦੇਣ ਲਈ ਪ੍ਰੇਰਿਤ ਕਰਨਾ ਪਊਗਾ। ਫਿਰ ਮੈਂ ਕਹਿੰਦਾ ਕਿ ਜੇ ਕੇਜਰੀਵਾਲ 14 ਦੇ ਵਿੱਚ ਇੱਕ ਜਸਟ ਮੂਵਮੈਂਟ ਤੋਂ ਉੱਭਰ ਕੇ ਆ ਸਕਦਾ, ਭਾਵੇਂ ਉਹ ਦੇਸ਼ ਵਿਆਪੀ ਸੀ, ਅਸੀਂ ਮੂਵਮੈਂਟ ਖੜੀਆਂ ਕਿਉਂ ਨਹੀਂ ਕਰ ਸਕਦੇ? ਸੋ ਅੱਜ ਲੋਕ ਖਲਾ ਦੇ ਵਿੱਚੋਂ ਕੁਝ ਨਵੀਂ ਚੀਜ਼ ਭਾਲਦੇ ਆ। ਮੈਨੂੰ ਇੰਝ ਲੱਗਦਾ ਹੈ ਕਿ ਤੁਹਾਨੂੰ ਲੋਕਾਂ ਨੂੰ ਹੁਣ ਆਪਣੇ ਆਪਣੇ ਜਿਹੜੇ ਨਿੱਜੀ ਮਫਾਦ ਨੇ, ਹਉਮੈ ਆ, ਈਗੋ ਹੈ, ਇਹਨੂੰ ਤਜ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ, ਤੁਰਨਾ ਚਾਹੀਦਾ। ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਆਪਣੇ ਆਪ ਨੂੰ। ਹੁਣ ਤੁਹਾਡੇ ਸਾਡੇ ਤੇ ਕੋਈ ਗਿਲਾ ਨਹੀਂ, ਇੱਕ ਦੂਜੇ ਤੇ ਕਾਹਦਾ ਗਿਲਾ ਹੁੰਦਾ? ਫਿਰ ਹੌਲੀ ਹੌਲੀ ਲੋਕ ਕਹਿੰਦੇ ਚਲੋ ਛੱਡੋ, ਅਸੀਂ ਕੀ ਲੈਣਾ, ਤੁਰਦੇ ਬਣਦੇ ਆ। ਸੋ ਧਰਤੀ ਤਾਂ ਕਾਇਮ ਰਹਿੰਦੀ ਆ, ਹੋਰ ਤਰ੍ਹਾਂ ਦੇ ਲੋਕ ਹੋ ਜਾਣਗੇ, ਸੱਭਿਆਚਾਰ ਬਦਲ ਜੂ, ਲੇਕਿਨ ਅਖੀਰ ਦੇ ਵਿੱਚ ਸਾਡੀ ਜ਼ਿੰਮੇਵਾਰੀ ਤੋਂ ਤੇ ਅਸੀਂ ਭੱਜ ਜਾਵਾਂਗੇ ਨਾ। ਸੋ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਰੰਧਾਵਾ ਸਾਹਿਬ, ਪਹਿਲੀ ਗੱਲ ਤਾਂ ਇਹ ਵੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਮੈਂ ਆਫਰ ਕਰਦਾ, ਅਨੰਦਪੁਰ ਸਾਹਿਬ ਸਾਡੇ ਕੋਲ ਬਹੁਤ ਵੱਡੀ ਥਾਂ ਹੈਗੀ ਹੈ ਤੇ ਜੇ ਕੋਈ ਸੈਮੀਨਾਰ ਕਰਾਉਣਾ ਹੈ ਤੇ ਮੈਂ ਉਹ ਸੈਮੀਨਾਰ ਫੰਡ ਵੀ ਕਰਾਂਗਾ। ਅਸੀਂ ਜਿੰਨੇ ਇੱਕ ਵੀ ਵਿਅਕਤੀ ਹੈ ਨਾ, ਕੋਈ ਡੇਟ ਰੱਖ ਲਓ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬੈਠੀਏ ਤੇ ਸਹੀ। ਉਸ ਤੋਂ ਬਾਅਦ ਇੱਕ ਸਬ ਕਮੇਟੀਆਂ ਬਣਨ, ਉਸ ਤੋਂ ਬਾਅਦ ਜਿਹੜਾ ਹੈ ਅਸੀਂ ਅੱਗੇ ਲੈ ਕੇ ਚੱਲ ਸਕਦੇ ਹਾਂ। ਇਹ ਕੰਮ ਡਾਕਟਰ ਸਾਹਿਬ ਕੋਲ ਵੀ ਅੱਛੇ ਲੁਧਿਆਣੇ ਥਾਂ ਹੈਗੀ ਹੈ ਔਰ ਪੰਜਾਬ ਦਾ ਸੈਂਟਰ ਵੀ ਹੈ। ਇੱਥੇ ਵੀ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਕਿ ਆਪਾਂ ਇੱਥੇ ਵੀ ਲੁਧਿਆਣੇ ਵੀ ਇਕੱਠੇ ਹੋ ਸਕਦੇ ਹਾਂ, ਪਰ ਇਕੱਠੇ ਹੋਣਾ ਸ਼ੁਰੂ ਤਾਂ ਕਰੀਏ। ਨਹੀਂ, ਇਹ ਸਿਲਸਿਲਾ ਬਣਨਾ ਚਾਹੀਦਾ ਤੇ ਕੋਈ ਵੀ ਜਗ੍ਹਾ ਇਹ ਬਣਨਾ ਚਾਹੀਦਾ। ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ। ਹਾਂਜੀ, ਜੇ ਕੋਈ ਚੰਡੀਗੜ੍ਹ ਵੀ ਹੈਗਾ ਤੇ ਅਸੀਂ ਉੱਥੇ ਵੀ ਇਹਦੇ ਤੇ ਕਰ ਸਕਦੇ ਹਾਂ। ਲੇਕਿਨ ਇੱਕ ਗੱਲ ਛੱਡ ਕੇ ਆਉਣਾ ਪਏਗਾ ਕਿ ਜਿਹੜੇ ਨੌਕਰੀਆਂ 'ਚ ਸਾਡੇ ਟੈਗ ਹੈ ਨਾ, ਉਹਨਾਂ ਨੂੰ ਘਰੇ ਛੱਡ ਕੇ ਆਈਏ, ਕਿਉਂਕਿ ਇਹ ਨਵਾਂ ਕੰਮ ਹੈ। ਇਸ ਨਵੇਂ ਕੰਮ 'ਚ ਆਮ ਲੋਕਾਂ ਨਾਲ ਮਿਲਣਾ ਪੈਣਾ। ਤੁਹਾਨੂੰ ਕਿਸੇ ਨੇ ਸਾਹਿਬ ਨਹੀਂ ਕਹਿਣਾ। ਹਾਂਜੀ, ਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਪਿੰਡ ਦੇ ਬੰਦੇ ਨਾਂ ਲੈ ਕੇ ਬੁਲਾਉਂਦੇ ਆ। ਕੋਈ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ, ਕੋਈ ਕੁਛ ਆਖਦਾ, ਤੇ ਅਸੀਂ ਬੜਾ ਅੱਛਾ ਲੱਗਦਾ, ਫੀਲ ਕਰਦਾ ਕਿ ਇਹ ਮੇਰੇ ਆਪਣੇ ਹੈਗੇ ਆ। ਸੋ ਉਸ ਚੀਜ਼ਾਂ ਲਈ ਸਾਨੂੰ ਸਾਰੀਆਂ ਚੀਜ਼ਾਂ ਛੱਡ ਕੇ ਸੁੱਖ ਸਹੂਲਤਾਂ ਛੱਡਣੀਆਂ ਵੀ ਪੈਣੀਆਂ। ਗੋਲਫ ਖੇਡਣੀ ਵੀ ਛੱਡਣੀ ਪੈਣੀ ਹੈ। ਹਾਂਜੀ, ਸ਼ਾਮ ਨੂੰ ਕਲੱਬ ਵੀ ਛੱਡਣਾ ਪੈਣਾ। ਤੇ ਜੇ ਤਾਂ ਅਸੀਂ ਪੰਜਾਬ ਲਈ ਕੁਰਬਾਨੀ ਕਰਨੀ ਚਾਹੁੰਦੇ ਆ ਤੇ ਜਿਸ ਧਰਤੀ ਨਾਲ ਅਸੀਂ ਜੁੜੇ ਆ, ਉਸ ਧਰਤੀ ਨੂੰ ਪਿੱਛੇ ਮੁੜਾਈਏ। ਜਿੱਥੋਂ ਅਸੀਂ ਉੱਠ ਕੇ ਚੰਡੀਗੜ੍ਹ ਪਹੁੰਚੇ ਆ ਜਾਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਆ, ਤੇ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਵਧੀਆ ਪਲੇਟਫਾਰਮ ਬਣਾ ਕੇ ਦਈਏ। ਸਾਰਿਆਂ ਦਾ ਐਕਸਪੀਰੀਅੰਸ ਹੈਗਾ। ਉਹ ਬੰਦੇ, ਜਿਵੇਂ ਆਪ ਜੀ ਨੇ ਕਿਹਾ, ਸਹੁੰ ਖਾ ਕੇ, ਜਿਹੜੇ ਸਹੁੰ ਤਾਂ ਸਿੱਖ ਧਰਮ ਦੇ ਵਿੱਚ ਸਹੁੰ ਨਹੀਂ ਹੈਗੀ ਕੋਈ ਵੀ, ਕਿਉਂਕਿ ਨਾ ਹੀ ਕੋਈ ਸਿੱਖ ਸਹੁੰ ਖਾਂਦਾ। ਇਹ ਤਾਂ ਪ੍ਰਣ ਕਰਨ ਦੀ ਗੱਲ ਹੈ
ਕਿ ਆਈ ਟੇਕ ਦਿਸ ਡਿਸੀਜਨ। ਸੋ ਗੁਰੂਆਂ ਨੇ ਕਿਸੇ ਸਹੁੰ ਖਾਣ ਵਾਲੀ ਨਹੀਂ ਗੱਲ ਕੀਤੀ, ਲੇਕਿਨ ਅਸੀਂ ਇਹ ਕਿ ਬੰਦੇ ਸਾਨੂੰ ਸਭ ਨੂੰ ਪਤਾ ਹੈ, ਜਿਹੜਾ ਨੌਕਰੀ 'ਚ ਚੋਰ ਆ ਉਹਨੇ ਹੁਣ ਭਾਵੇਂ ਜੋ ਮਰਜ਼ੀ ਭਗਵੇਂ ਕੱਪੜੇ ਜਾਂ ਕੋਇਲੇ ਕੱਪੜੇ ਪਾ ਕੇ ਆ ਜਾਏ, ਉਹਨੇ ਜਦੋਂ ਵੀ ਹੋਣਾ ਤੇ ਚੋਰੀ ਕਰਨੀ ਛੱਡਣੀ ਨਹੀਂ। ਤੇ ਇਸੇ ਤਰ੍ਹਾਂ ਹੀ ਜਿਹੜੀ ਹੈ, ਜਿਹੜੇ ਬੰਦੇ ਇਮਾਨਦਾਰ ਰਹੇ ਆ, ਭਾਵੇਂ ਕੋਈ ਛੋਟੇ ਅਹੁਦਿਆਂ ਤੇ ਵੀ ਰਹੇ, ਉਹ ਲੋਕਾਂ ਨੂੰ ਅਸੀਂ ਇਕੱਠੇ ਕਰਕੇ ਸਮਾਜ ਦੇ ਨਾਲ ਜੋੜ ਕੇ ਤੇ ਅਸੀਂ ਅੱਗੇ ਵਧਾ ਸਕਦੇ ਹਾਂ। ਜਿਹੜੇ ਮਾਰਗਦਰਸ਼ਕ ਬਣਨਾ ਚਾਹੁੰਦੇ, ਮੈਂ ਤਾਂ ਵੈਸੇ ਤੁਹਾਡੇ ਮਾਧਿਅਮ ਤੇ ਕਹਿ ਦਿੰਦਾ ਕਿ ਜੇ 7 ਬਹੁਤ ਅੱਛੇ ਵੀ ਲੋਕ ਹੈਗੇ ਆ ਤੇ ਆਪਾਂ ਉਹਨਾਂ 7 ਨੂੰ ਰਾਜ ਸਭਾ 'ਚ ਭੇਜ ਦਿਆਂਗੇ। ਜੇ ਅਸੀਂ ਚੁਣੇ ਜਾਵਾਂਗੇ ਤੇ ਉਹਨਾਂ ਨੂੰ 7 ਨੂੰ ਰਾਜ ਸਭਾ 'ਚ ਭੇਜ ਦਿਆਂਗੇ, ਨਾ ਇਲੈਕਸ਼ਨ ਲੜਨ। ਜਿਹੜੇ ਇੰਟੈਲੈਕਚੁਅਲ ਆ ਸਾਡੇ ਪੰਜਾਬ ਦੀ, ਉੱਥੇ ਜਾ ਕੇ ਗੱਲ ਕਰਨਗੇ, ਵੱਖਰੇ ਵੱਖਰੇ ਫੀਲਡ ਦੀ ਗੱਲ ਕਰਨਗੇ, ਕੋਈ ਜਵਾਬ ਤਾਂ ਨਿਕਲੇਗਾ। ਜਿਹੜੇ ਲੋਕਾਂ 'ਚ ਆਉਣਾ ਚਾਹੁੰਦੇ ਆ ਉਹ ਲੋਕ ਸਭਾ 'ਚ ਜਾ ਸਕਦੇ ਆ। ਜਿਹੜੇ ਜਗ੍ਹਾ ਦੀ ਘਾਟ ਨਹੀਂ ਹੈਗੀ, ਜਗ੍ਹਾ ਗੱਲ ਹੈ ਹਿੰਮਤ ਬਣਾਉਣ ਦੀ, ਹੌਸਲਾ ਬਣਾਉਣ ਦੀ। ਇਹ ਗੱਲ ਤੋਂ ਡਰਨ ਦੀ ਲੋੜ ਨਹੀਂ ਕਿ ਪਿੰਡ ਵਾਲੇ ਮੈਨੂੰ ਕੀ ਕਹਿਣਗੇ ਜਾਂ ਪਿੰਡ ਵਾਲੇ ਲੋਕ ਨਹੀਂ ਚੰਗੇ। ਜੇ ਪਿੰਡਾਂ 'ਚ ਨਹੀਂ ਆ ਕੇ ਮਿਲਾਂਗੇ, ਵਰਤਾਂਗੇ, ਗੱਲ ਕਰਾਂਗੇ, ਤੇ ਫਿਰ ਲੋਕਾਂ ਦੀ ਸਾਡੀ ਗੱਲ ਦਾ ਇਤਬਾਰ ਕਿਵੇਂ ਬਚੇਗਾ, ਸਾਨੂੰ ਆਪਣਾ ਕਿਵੇਂ ਸਮਝਣਗੇ। ਇਹ ਦੋਵੇਂ ਚੀਜ਼ਾਂ ਰਲਾਣੀਆਂ ਪੈਣੀਆਂ। ਗਰੁੱਪ ਵੀ ਬਣਾਓ, ਲੇਕਿਨ ਸੰਪਰਕ ਵਿੱਚ ਵੀ ਆਓ। ਡਾਕਟਰ ਸਾਹਿਬ ਜਿਹੜੀ ਤੁਸੀਂ ਲੋਕਾਂ ਦੀ ਹੈ ਜੀ, ਮੈਨੂੰ ਡਾਕਟਰ ਸਾਹਿਬ ਜਿਹੜੀ ਸਭ ਤੋਂ ਖੂਬਸੂਰਤ ਗੱਲ ਤੁਹਾਡੀ ਲੱਗਦੀ ਹੈ ਸ਼ੁਰੂ ਤੋਂ ਹੀ, ਕਿ ਤੁਸੀਂ ਪੋਜ਼ਿਟਿਵਿਟੀ, ਸਕਾਰਾਤਮਕਤਾ ਬੜੀ ਦਿਖਾਉਂਦੇ ਹੋ। ਮੈਂ ਸਭ ਤੋਂ ਪਹਿਲਾਂ ਇਹ ਮਹਿਸੂਸ ਕਰਦਾ ਹਾਂ ਕਿ ਜਦੋਂ ਲੋਕ ਇਹ ਸਮਝ ਲੈਣ ਕਿ ਹੁਣ ਅਸੀਂ ਆਪਣੇ ਘਰ ਪਰਿਵਾਰ ਸੈਟਲ ਕਰ ਲਏ, ਬੱਚੇ ਸੈਟਲ ਹੋ ਗਏ, ਤੀਜੀਆਂ ਪੀੜ੍ਹੀਆਂ ਆ ਗਈਆਂ, ਉਹਨਾਂ ਬੰਦਿਆਂ ਨੇ ਹੁਣ ਬਹੁਤ ਵੱਡੀਆਂ ਕੋਈ ਜਾਇਦਾਦਾਂ ਤਾਂ ਬਣਾਉਣੀਆਂ ਨਹੀਂ, ਔਰ ਘਰਾਂ 'ਚ ਬੈਠੇ ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਉਮਰ ਵੱਧਦੀ ਆ, ਅਸੀਂ ਮੈਂਟਲੀ ਵੀ ਉਹਨੇ ਅਲਰਟ ਨਹੀਂ ਰਹਿੰਦੇ। ਲੇਕਿਨ ਡਾਕਟਰ ਸਾਹਿਬ ਇਹ ਬੜਾ ਜ਼ਰੂਰੀ ਆ ਕਿ ਜਿਹੜੇ ਬੰਦੇ ਹੁਣ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਗਏ, ਉਹ ਆਪਣਾ ਪੂਰੀ ਸਮਰੱਥਾ ਨਾਲ ਇਸ ਸਟੇਟ ਲਈ ਪਾਲਿਸੀ ਬਣਾਉਣ, ਨੀਤੀ ਬਣਾਉਣ, ਇਹਨੂੰ ਵਿਉਂਤਣ ਦੀ ਘਾੜਤ ਕੱਢਣ। ਔਰ ਤੁਸੀਂ ਉਹਦੇ ਲਈ ਬੜੇ ਜੈਨੂਇਨ ਪਰਸਨ ਹੋ, ਔਰ ਮੈਂ ਬਾਰ-ਬਾਰ ਕਹਿ ਰਿਹਾ ਕਿ 50-60 ਲੋਕ ਐਸੇ ਆ ਜਿਹੜੇ ਬਹੁਤ ਬਿਹਤਰ ਨੇ। ਰੰਧਾਵਾ ਸਾਹਿਬ, ਜਿਹੜੀ ਗੱਲ ਤਾਂ ਤੁਸੀਂ ਇਹ ਕਹੀ ਹੈ ਨਾ ਕਿ ਨੀਤੀਆਂ ਬਣਾਉਣ, ਉਹਦੀ ਸਟ੍ਰੈਟਜੀ ਬਣਾਉਣ, ਸਟ੍ਰੈਟਜੀ ਬਣਾ ਕੇ ਜਿਹੜੇ ਫਿਰ ਅੱਗੋਂ ਵਾਰੀਅਰ ਨੇ ਉਹਨਾਂ ਦਾ ਕੰਮ ਜਿਹੜਾ ਹੈ ਉਹ, ਜਿਵੇਂ ਸਾ ਇਕਬਾਲ ਸਾਹਿਬ ਨੇ ਕਿਹਾ ਕਿ ਉਹ ਵਾਰੀਅਰ ਜਿਹੜੇ ਨੇ ਉਹ ਇੱਕ ਵੱਖਰੇ ਹੋਣ। ਜਿੱਥੇ ਤੱਕ ਨੀਤੀ ਬਣਾਉਣੀ ਜਾਂ ਪੰਜਾਬ ਦੇ ਭਲੇ ਲਈ ਕਿਵੇਂ ਜਿਹੜਾ ਸੋਚਿਆ ਜਾ ਸਕਦਾ ਹੈ ਤੇ ਕਿਵੇਂ ਸੋਚਿਆ ਜਾ ਸਕਦਾ ਤੇ ਕਿਵੇਂ ਉਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਉਹ ਰੋਲ ਤਾਂ ਜਿਹੜਾ ਹੈ ਉਹ ਸਾਡੇ ਵਰਗੇ ਲੋਕ ਜਿਹੜੇ ਗੱਲਾਂ ਕਰ ਸਕਦੇ ਨੇ ਜਾਂ ਜਿਹੜੇ ਲਿਖ ਪੜ੍ਹ ਸਕਦੇ ਨੇ ਉਹਨਾਂ ਦਾ। ਲੇਕਿਨ ਨਾਲ ਹੀ ਜਿਹੜਾ ਮਤਲਬ ਜੇ ਉਦਾਹਰਨ ਦੇ ਤੌਰ ਤੇ ਦੇਖੀਏ ਅਸੀਂ, ਤੇ ਮੇਰੇ ਸਾਹਮਣੇ ਹਮੇਸ਼ਾ ਐਗਜ਼ਾਮਪਲ ਹੁੰਦੀ ਹੈ ਭਾਰਤੀ ਕਿਸਾਨ ਦੀ, ਕਿ ਪੰਜਾਬ ਦੇ ਵਿੱਚ ਬੜੀ ਪਾਵਰਫੁਲ ਜਿਹੜੀ ਹੈ ਮੂਵਮੈਂਟ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਦੀ ਬਣ ਗਈ। ਇੱਕ ਲਖੋਵਾਲ ਸਾਹਿਬ ਬਣ ਗਏ, ਉਹ ਆਪਣਾ 10 ਸਾਲ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦਾ ਪ੍ਰੈਜ਼ੀਡੈਂਟ ਹੋ ਕੇ ਵੀ ਤੇ ਮੰਡੀਕਰਨ ਬੋਰਡ ਦੀ ਚੇਅਰਮੈਨਸ਼ਿਪ ਲੈ ਕੇ, ਮਿਨਿਸਟਰ ਦਾ ਅਹੁਦਾ ਲੈ ਕੇ, ਸਾਰੀਆਂ ਸਹੂਲਤਾਂ ਲੈ ਕੇ ਉਹਨਾਂ ਨੇ ਮਤਲਬ ਜਿਹੜੀ ਹੈ ਉਹ ਕਿਸਾਨਾਂ ਨੂੰ ਵਰਤਿਆ। ਅੱਜ ਪਾਵਰ ਤੋਂ ਬਾਹਰ ਹੋ ਕੇ ਉਹ ਜਿਹੜੀ ਗੱਲ ਕਰਦੇ ਨੇ। ਦੂਜੇ ਪਾਸੇ ਜਿਹੜਾ ਉਹ ਦੂਜਾ ਗਰੁੱਪ ਆ ਗਿਆ ਰਾਜੇਵਾਲ ਉਹਨਾਂ ਦਾ, ਉਹ ਵੀ ਦੂਜੇ ਪਾਸੇ ਜਿਹੜੇ ਨੇ ਉਹ ਆਪਣੇ ਜੁੜ ਗਏ ਔਰ ਕਿਸਾਨਾਂ ਨੂੰ ਉਹਨਾਂ ਨੇ ਵਰਤਿਆ। ਤੀਜਾ ਜਿਹੜਾ ਉਗਰਾਹਾਂ ਗਰੁੱਪ ਆ ਗਿਆ। ਉਗਰਾਹਾਂ ਗਰੁੱਪ ਜਿਹੜਾ ਹੈ ਉਹ ਭਾਵੇਂ ਕੰਪੈਰੀਟਿਵਲੀ ਜਿਹੜਾ ਉਹ ਜ਼ਿਆਦਾ ਜਿਹੜਾ ਹੈ ਉਹ ਪ੍ਰੋਗਰੈਸਿਵ ਤੌਰ ਦੇ ਉੱਤੇ ਜੁੜਿਆ ਸੀ, ਲੇਕਿਨ ਉਹ ਵੀ ਆਪਣੀ ਜਿਹੜੀਆਂ ਨੇ ਸੀਮਤ ਜਿਹੜੀਆਂ ਨੇ ਸੋਚ ਦੇ ਵਿੱਚ ਜਿਹੜਾ ਪੈ ਗਿਆ। ਸਾਡੀ ਬਦਕਿਸਮਤੀ ਇਹ ਹੈ ਕਿ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਜਿਹੜੀ ਹੈ ਡਿਵੈਲਪ ਕਰਨੀ ਸ਼ੁਰੂ ਹੁੰਦੀ ਹੈ, ਜਾਂ ਇਹ ਕਹਿ ਲਓ ਕਿ ਉਹਦੇ ਵਿੱਚ ਆਪੇ ਹੀ ਪੈਦਾ ਹੋ ਜਾਂਦੇ ਨੇ, ਜਾਂ ਮਤਲਬ ਪੋਲੀਟੀਕਲ ਪਾਰਟੀਆਂ ਦੇ ਆਪਣੇ ਬੰਦੇ ਉਹਦੇ ਵਿੱਚ ਪਾ ਦਿੰਦੇ ਨੇ ਕਿ ਤੁਸੀਂ ਦੱਸੋ ਕਿਸਾਨਾਂ ਦੀ ਪ੍ਰਤੀਨਿਧਤਾ ਕੌਣ ਕਰ ਰਿਹਾ। ਨੰਬਰ 2, ਸਾਡੇ ਸਾਹਮਣੇ ਐਗਜ਼ਾਮਪਲ ਜਿਹੜੀ ਹੈ ਸਰਦਾਰਾ ਸਿੰਘ ਜੌਹਲ ਉਹਨਾਂ ਦੀ, ਉਹਨਾਂ ਨੇ ਸੈਲਫਲੈਸ ਹੋ ਕੇ ਸਾਰੇ ਪਾਸੇ ਜਿਹੜੀ ਹੈ ਉਹ ਕੰਮ ਸ਼ੁਰੂ। ਔਰ ਜੇ ਉਹਨਾਂ ਦੀ ਜੈਨੂਨੈਸ ਦੇਖੀਏ, ਜੇ ਉਹਨਾਂ ਦੀ ਇਮਾਨਦਾਰੀ ਦੇਖੀਏ, ਜੇ ਉਹਨਾਂ ਦੀ ਸਮਰੱਥਾ ਦੇਖੀਏ, ਤੇ ਪਰ ਉਹ ਵੀ ਗੱਲ ਜਿਹੜੀ ਹੈ ਉਹ ਰਿਜ਼ਲਟ ਜਿਹੜੇ ਨੇ ਉਹ ਨਹੀਂ ਦੇ ਸਕਦੇ। ਕਾਰਨ ਇਹ ਹੈ ਕਿ ਜਿੰਨਾ ਚਿਰ 2 ਧਰਾਤਲ ਤੇ ਕੰਮ ਨਹੀਂ ਹੁੰਦਾ, ਕਿ ਇੱਕ ਪਾਸੇ ਧਰਾਤਲ ਹੈ ਜਿਹੜਾ ਕੰਮ ਜਿਹੜਾ ਹੈ ਉਹ ਜਿਵੇਂ ਤੁਸੀਂ ਕਿਹਾ ਕਿ ਨੀਤੀ ਘੜੇ, ਉਹਦੀ ਸਟ੍ਰੈਟਜੀ ਬਣਾਏ, ਦੂਜਾ ਬਣਾਏ, ਲੇਕਿਨ ਦੂਜਾ ਜਿਹੜਾ ਵਿੰਗ ਹੈ ਉਹ ਹੈ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਉਸ ਉੱਤੇ ਉਹਦੇ ਸਮਰਥਨ ਦੇ ਵਿੱਚ ਉਹਦੇ ਨਾਲ ਸਹਿਮਤੀ ਪ੍ਰਗਟ ਕਰਦਾ ਆ, ਉਹਦੇ ਨਾਲ ਜਿਹੜਾ ਉਹ ਚੱਲੇ। ਨਿਰਾ ਜਿਹੜਾ ਸਾਡਾ ਲੋਕਾਂ ਦੀ ਜਿਹੜੀ ਸਮੱਸਿਆ ਹੈ ਕਿ ਲੋਕਾਂ ਨੂੰ ਜਿਸ ਵੇਲੇ ਲੱਗਦਾ ਹੈ ਕਿ ਭਾਵੇਂ ਅਕਾਲੀ ਆ ਜਾਣ, ਭਾਵੇਂ ਕਾਂਗਰਸ ਆ ਜਾਏ, ਸਾਡਾ ਤਾਂ ਹਸ਼ਰ ਉਹੀ ਹੋਣਾ, ਇਹ ਜਿਹੜੀ ਗੱਲ ਐਟੀਟਿਊਡ ਹੈ ਇਹ ਤਾਂ ਟੁੱਟ ਜਾਏਗਾ। ਇਹ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਤੋੜਿਆ, ਲੇਕਿਨ ਹੁਣ ਸਾਨੂੰ ਲੋੜ ਜਿਹੜੀ ਹੈ ਫਿਰ ਉਸੇ ਗੱਲ ਤੇ ਲੋਕਾਂ ਦੇ ਵਿੱਚ ਇੱਕ ਅਹਿਸਾਸ ਪੈਦਾ ਕਰਨ ਦੀ ਹੈ। ਇਹ ਫਸਲੀ ਬਟੇਰੇ ਨਹੀਂ। ਡਾਕਟਰ ਸਾਹਿਬ, ਮੈਨੂੰ ਸਿਰਫ ਤੁਸੀਂ ਕੁਝ ਸੈਕਿੰਡ ਦਿਓ। ਜਿਵੇਂ ਮੈਂ ਇੱਕ ਪ੍ਰਪੋਜ਼ਲ ਪੇਸ਼ ਕਰਦਾ, ਮੈਨੂੰ ਲੱਗਦਾ ਕਿ ਗੱਲ ਸਿੱਧੀ ਹਿੱਕ ਚੋਂ ਆਉਣੀ ਚਾਹੀਦੀ ਹੈ। ਮੈਨੂੰ ਇੰਝ ਲੱਗਦਾ ਹੈ
ਕਿ ਜਿੰਨਾ ਚਿਰ ਲੋਕਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ, ਲੋਕ ਹੁੰਗਾਰਾ ਨਹੀਂ ਭਰਦੇ। ਤੁਸੀਂ 3-4 ਨੁਕਾਤੀ ਪ੍ਰੋਗਰਾਮ ਤੇ ਜੇ ਜਾਣਾ ਹੋਵੇ ਤੇ ਸਭ ਤੋਂ ਪਹਿਲਾਂ ਰਾਜਨੇਤਾਵਾਂ ਨੇ ਰਾਜ ਕੀਤਾ ਹੈ ਡਰ ਚੋਂ। ਔਰ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਜੇ ਕਿਧਰੇ ਤੁਸੀਂ ਕੋਈ ਨੀਤੀ ਬਣਾਉਣੀ ਹੋਵੇ ਤੇ ਸਭ ਤੋਂ ਪਹਿਲਾਂ ਆਉਂਦੀ ਪੁਲਿਸ ਰਿਫਾਰਮਸ ਦੀ, ਜਿਹੜੀ ਫੋਰਸ ਦਾ ਪੂਰਾ ਸਿਆਸੀਕਰਨ ਹੋ ਗਿਆ ਤੇ ਜਿਹੜੀ ਫੋਰਸ ਦੇ ਸਿਰ ਦੇ ਉੱਤੇ ਸੱਤਾ ਲਈ ਜਾਂਦੀ ਤੇ ਦਿੱਤੀ ਜਾਂਦੀ ਆ ਉਹ ਇਹੀ ਹੈ। ਸਭ ਤੋਂ ਪਹਿਲਾਂ ਪੁਲਿਸ ਰਿਫਾਰਮਸ ਲਈ ਤੁਸੀਂ ਮੂਹਰੇ ਹੋ ਕੇ ਚੱਲੋ ਔਰ ਉਹ ਜਿਹੜੇ ਸੰਬੰਧਿਤ ਲੋਕ ਆ ਉਸ ਤਰ੍ਹਾਂ ਦੀ ਨੀਤੀ ਬਣਾਉਣ। ਨੀਤੀ ਨਹੀਂ, ਇੱਕ ਪ੍ਰਪੋਜ਼ਲ ਪੇਸ਼ ਕਰਨ ਕਿ ਜੇ ਮੰਨ ਲਓ ਝੂਠੇ ਪਰਚੇ ਦਾ ਕਨਸੈਪਟ ਬੜਾ ਤਗੜਾ ਹੈ। ਝੂਠਾ ਪਰਚਾ ਜੇ ਕਿਸੇ ਦੀ ਐਪਲੀਕੇਸ਼ਨ ਤੇ ਹੁੰਦਾ ਤੇ ਜਿਹੜਾ ਅਫਸਰ ਕਰਦਾ ਹੈ ਉਹਨੂੰ 15 ਦਿਨ ਦੇ ਵਿੱਚ ਕੋਈ ਵੱਡਾ ਅਫਸਰ ਇਨਕੁਆਇਰੀ ਕਰਕੇ ਜਿਹਨੇ ਝੂਠੀ ਸ਼ਿਕਾਇਤ ਦਿੱਤੀ ਆ ਔਰ ਜਿਹੜੇ ਬੰਦੇ ਨੇ ਪਰਚਾ ਦਰਜ ਕੀਤਾ ਉਹਨਾਂ ਧਰਾਵਾਂ ਤੇ ਪਰਚਾ ਹੋਣ ਦੀ ਸੰਭਾਵਨਾ ਬਣਦੀ ਹੋਵੇ, ਵਿਧਾਨ ਸਭਾ 'ਚ ਮਤਾ ਆ ਜੇ, ਕੁਝ ਵੀ ਹੋ ਜਾਏ, ਜਿੱਦਾਂ ਵੀ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਟੈਕਨੀਕਲੀ ਸਾਊਂਡ ਨਹੀਂ। ਸਭ ਤੋਂ ਪਹਿਲਾਂ ਲੋਕਾਂ ਦੇ ਅੰਦਰੋਂ ਡਰ ਖਤਮ ਕੀਤਾ ਜਾਵੇ, ਲੋਕਾਂ ਨੂੰ ਇਹ ਸਮਝਾਇਆ ਜਾਵੇ ਕਿ ਪੁਲਿਸ ਤੁਹਾਡੀ ਮਿੱਤਰ ਹੈ, ਪੁਲਿਸ ਤੁਹਾਡੀ ਮਿੱਤਰ ਆ। ਅਸੀਂ ਜੇ ਰਿਫਾਰਮਸ ਦੀ ਗੱਲ ਕਰਨੀ ਆ ਨਾ, ਜਦੋਂ ਨੀਤੀ ਬਣਾਉਣ ਦੀ ਮੈਂ ਗੱਲ ਕਰਦਾ, ਜੇ ਲੋਕਾਂ ਨੂੰ ਕਹਿ ਦਿੱਤਾ ਜਾਵੇ ਯਾਰ ਡਰਦੇ ਕਾਹਤੋਂ ਜੇ, ਇਹ ਤੁਹਾਡਾ ਹੀ ਆ ਸਭ ਕੁਝ ਆ, ਜਿਹੜੇ ਜਿੰਨੇ ਮਰਜ਼ੀ ਪਾਵਰਫੁਲ ਲੋਕ ਆ ਉਹ ਕਿਸੇ ਨਾ ਕਿਸੇ ਸੰਵਿਧਾਨ ਦੇ ਦਾਇਰੇ 'ਚ ਬੱਝੇ ਹੋਏ ਆ। ਸੋ ਮੈਨੂੰ ਲੱਗਦਾ ਕਿ ਇਹ ਇੱਥੋਂ ਜੇ ਨੰਬਰ 1 ਤੋਂ ਮੈਂ ਜਿਵੇਂ ਗੱਲ ਕਰ ਰਿਹਾ, ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਜੇ ਪ੍ਰੈਕਟੀਕਲੀ ਦੇਖਦੇ ਹੋਵੋ, ਲੋਕਾਂ ਨੂੰ ਇੱਕ ਦ੍ਰਿਸ਼, ਇੱਕ ਤਸਵੀਰ ਦਿਖਾਤੀ ਜਾਵੇ ਕਿ ਕੰਮ ਕਰਨ ਦਾ ਤਰੀਕਾ ਇਹ ਹੋ ਸਕਦਾ, ਅਗਲੀ ਸੱਤਾ ਇਸ ਤਰ੍ਹਾਂ ਦੀ ਹੋ ਸਕਦੀ ਆ ਕਿ ਤੁਸੀਂ ਕੁਝ ਵੀ ਜੇ ਗੈਰ ਕਾਨੂੰਨੀ ਕਰਦੇ ਹੋ ਤੇ ਫਸੇ ਹੋ, ਲੇਕਿਨ ਜੇ ਕੋਈ ਤੁਹਾਨੂੰ ਫਸਾਉਣਾ ਚਾਹਵੇ ਤੇ ਬਿਲਕੁਲ ਨਹੀਂ ਹੋ ਸਕਦਾ। ਰੰਧਾਵਾ ਸਾਹਿਬ ਇੱਕ ਗੱਲ ਬੜੀ ਕਲੀਅਰ ਹੈ ਕਿ ਵੈਕਿਊਮ ਦੇ ਵਿੱਚ ਔਰ ਆਈਸੋਲੇਸ਼ਨ 'ਚ ਗੱਲ ਨਹੀਂ, ਕੱਲਾ ਪੁਲਿਸ ਰਿਫਾਰਮ ਵਾਲੀ ਗੱਲ ਨਹੀਂ ਹੈ, ਐਡਮਿਨਿਸਟ੍ਰੇਟਿਵ ਰਿਫਾਰਮ ਵਾਲੀ ਗੱਲ ਨਹੀਂ ਹੈ। ਜੇ ਨੀਤੀ ਦੀ ਗੱਲ ਹੋਏ ਤਾਂ ਨੀਤੀ ਸਾਡੀ ਇੱਕ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਕਿ ਜੇਕਰ ਅਸੀਂ ਆਪਣਾ ਐਜੂਕੇਸ਼ਨ ਸਿਸਟਮ ਔਰ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਕਰਿਕੂਲਮ ਹੈ, ਜੋ ਅਸੀਂ ਪੜ੍ਹਾਉਂਦੇ ਹਾਂ, ਉਹ ਪੜ੍ਹਾਉਣ ਦਾ ਜਿਹੜਾ ਆਧਾਰ ਜਿਹੜਾ ਜੇਕਰ ਉਹ ਇੱਕ ਠੀਕ ਮਨੁੱਖ ਦੀ ਜਿਹੜੀ ਹੈ ਜੀਵਨ ਦੀ ਉਸਾਰੀ ਨਾਲ ਜੁੜਿਆ ਹੋਏਗਾ ਤੇ ਸਾਰੀਆਂ ਗੱਲਾਂ ਜਿਹੜੀਆਂ ਜੁੜ ਜਾਣਗੀਆਂ, ਕਿਉਂਕਿ ਉਹਦੇ ਵਿੱਚੋਂ ਹੀ ਪੁਲਿਸ ਨੇ ਆਉਣਾ। ਉਹਦੇ ਸਰ ਉਹ 20 ਸਾਲ ਲੰਬੀ ਪ੍ਰਕਿਰਿਆ, ਉਹ 20 ਸਾਲ ਲੰਬੀ ਪ੍ਰਕਿਰਿਆ, ਤੁਸੀਂ ਨੰਬਰ 1 ਤੇ ਉਹਨੂੰ ਰੱਖ ਲਓ, ਉਹਨੂੰ ਨੰਬਰ 1 ਤੇ ਰੱਖ ਲਓ, ਲੇਕਿਨ ਉਹਨੂੰ ਪ੍ਰਕਿਰਿਆ ਨੂੰ ਸਿਰੇ ਚੜਦਿਆਂ ਸਲੋਲੀ ਪ੍ਰੋਸੈਸ ਆ, 10-12 ਸਾਲ ਲੱਗ ਜਾਣੇ ਇੱਕ ਬੱਚੇ ਨੂੰ ਗਰੂਮ ਕਰਦਿਆਂ। ਲੇਕਿਨ ਜਿਹੜੇ ਲੋਕ ਇਨਸਟੈਂਟਲੀ ਜਿਹੜੀ ਜਿਹਨੇ ਗੋਲੀ ਕਹਿੰਦੇ ਜਿੰਨਾ ਸਿਰ ਤੇ ਢੱਡੇ। ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਜੀ, ਇੱਕ ਬੇਨਤੀ ਮੇਰੀ ਕਰਨਾ, ਡਾਕਟਰ ਸਾਹਿਬ ਦੀ ਗੱਲ ਵੀ ਕਰਦਾ ਸਹਿਮਤੀ। ਦੇਖੋ ਗੱਲ ਆ ਵੀ ਸਿਰ ਤੇ ਕਫਨ ਬਣ ਕੇ ਆਉਣਾ ਪੈਣਾ, ਜਿਹੜੇ ਗੁਰੂ ਸਾਹਿਬ ਦੀ ਪੁਕਾਰ ਸੀ, ਜੋ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਾਂ ਤਲੀ ਗਲੀ ਮੇਰੀ ਆਓ। ਮੈਂ ਇੱਕ ਇੱਥੇ ਐਜੀਟੇਸ਼ਨ ਕੀਤੀ, ਉਹਨੂੰ ਮੈਂ ਲੀਡ ਕਰ ਰਿਹਾ ਸੀ ਸਾਡੇ ਇਲਾਕੇ 'ਚ। ਉਹ ਮੈਨੂੰ ਕਹਿਣ ਲੱਗੇ ਤੁਹਾਨੂੰ ਅੰਦਰ ਦੇ ਦੇਣਾ, ਕਿਸੇ ਅਫਸਰ ਨੂੰ ਵੀ ਵਾਕਿਫ ਸੀਗਾ ਤੇ ਸਾਹਿਬ ਪ੍ਰਕਾਸ਼ ਸਿੰਘ ਮੁੱਖ ਮੰਤਰੀ ਸੀ, ਜਿਹੜੇ ਡੀਜੀਪੀ ਇੰਟੈਲੀਜੈਂਸ ਸੀ, ਉਹ ਮੇਰੇ ਨਾਲ ਕਿਤੇ ਉਹਨੇ ਕੰਮ ਕੀਤਾ ਸੀ। ਉਹ ਮੈਨੂੰ ਕਹਿਣ ਲੱਗੇ ਤੁਹਾਨੂੰ ਅੰਦਰ ਦੇਣ ਦਾ ਪ੍ਰੋਗਰਾਮ। ਮੈਂ ਕਿਹਾ ਬੜੀ ਖੁਸ਼ੀ ਹੋਏਗੀ ਜੇ ਤੁਸੀਂ ਮੈਨੂੰ ਲੋਕ ਕਾਰਜ ਲਈ ਅੰਦਰ ਦਿਓ ਤੇ ਮੈਂ ਬਿਲਕੁਲ ਜ਼ਮਾਨਤ ਨਹੀਂ ਕਰਾਵਾਂਗਾ। ਹਾਂਜੀ, ਤੁਸੀਂ ਮੈਨੂੰ 6 ਮਹੀਨੇ ਰੱਖਣਾ, ਸਾਲ ਰੱਖਣਾ, ਤੁਹਾਡੀ ਤੇ ਆ। ਹਾਂਜੀ, ਉਹ ਫਿਰ ਡਰ ਗਿਆ ਕਿ ਇਹ ਹੋਏ ਤਾਂ ਪਤਾ ਕੀਤਾ ਕਿ ਇਲਾਕਾ ਸਾਰਾ ਨਾਲ ਉੱਠ ਕੇ ਤੁਰ ਪਏਗਾ, ਮੁਸ਼ਕਿਲ ਹੋ ਜਾਏਗੀ। ਹਾਂਜੀ, ਨਹੀਂ ਗ੍ਰਿਫਤਾਰੀ ਹੋਈ, ਅਲਟੀਮੇਟਲੀ ਉਹਨਾਂ ਨੂੰ ਝੁਕਣਾ ਪਿਆ। ਜਿਹੜਾ ਆਰਡਰ ਗਵਰਨਮੈਂਟ ਨੇ ਕੀਤਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ। ਜਿਹੜਾ ਪੋਲੀਟੀਸ਼ੀਅਨ ਸੀਗਾ ਉਸ ਵੇਲੇ ਜਿਹੜਾ ਨਹੀਂ ਹੋਣ ਦੇ ਰਿਹਾ ਸੀ, ਉਹ ਫਿਰ ਬਾਅਦ ਕ੍ਰੈਡਿਟ ਲੈਣਾ, ਫਿਰ ਇਹ ਲੋਕਾਂ ਨੂੰ ਕਹੇ ਜੀ ਮੈਨੂੰ ਸਨਮਾਨਿਤ ਕਰੋ, ਮੈਂ ਇਹ ਤੁਹਾਡਾ ਕੰਮ ਕਰਵਾ ਦਿੱਤਾ। ਮਾਈਨਿੰਗ ਦੇ ਖਿਲਾਫ ਅਸੀਂ ਧਰਨੇ ਮਾਰੇ, ਆਮ ਮਾਰੇ। ਕੋਈ ਵੀ ਜਿਹੜਾ ਕੰਮ ਹੈ, ਜਿਹੜਾ ਲੋਕ ਹਿੱਤ ਦਾ ਕੰਮ ਹੈ, ਉਹਦੇ ਲਈ ਸਾਨੂੰ ਕੁਰਬਾਨੀ ਦੇਣੀ ਪਏਗੀ, ਹਉਮੈ ਛੱਡਣੀ ਪਏਗੀ, ਛੋਟੇ ਨਾਲ ਵੀ ਬਹਿਣਾ ਪਏਗਾ, ਵੱਡੇ ਨਾਲ ਵੀ ਬਹਿਣਾ ਪਏਗਾ। ਇਹਦੇ ਲਈ ਇੱਕ ਮੈਂ ਤਾਂ ਤੁਹਾਨੂੰ ਆਫਰ ਕਰਦਾ ਕਿ ਇੱਕ ਸੈਮੀਨਾਰ ਕਰਾਈਏ, ਸੈਮੀਨਾਰ ਨਹੀਂ ਗੈਟ ਟੂਗੇਦਰ ਕਰਾਈਏ। ਜਿਹੜੇ ਬੰਦੇ ਸਿਰ ਤਲੀ ਤੇ ਰੱਖ ਕੇ ਆਉਣਾ ਚਾਹੁੰਦੇ ਆ ਜਾਓ। ਹਾਂਜੀ, ਬਾਕੀ ਇਹ ਜਿਹੜੀਆਂ ਗੱਲਾਂ ਨੇ, ਇਹ ਜਿਵੇਂ ਪੁਲਿਸ ਸੁਧਾਰ ਹੈ ਨਾ, ਅੰਗਰੇਜ਼ ਨੇ ਇੰਨਾ ਵਧੀਆ ਕਾਨੂੰਨ ਬਣਾਇਆ ਹੋਇਆ, ਉਹਦੇ ਤੇ ਲਿਖਿਆ ਹੋਇਆ ਇਹਨਾਂ ਨੇ, ਪੁਲਿਸ ਅਫਸਰ should be regarded as a wise and impartial friend and a protector against injury to person and property। ਅੱਗੇ ਜਾ ਕੇ ਇਹ ਵੀ ਲਿਖਿਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਬਣੋਗੇ ਲੋਕਾਂ ਦੇ ਦੋਸਤ, ਕ੍ਰਿਮੀਨਲ ਸਿਰਫ 2% ਹੈ, ਪੁਲਿਸ ਉਹਨਾਂ ਦਾ ਹਿੱਸਾ ਬਣਦੀ ਹੈ। ਮੈਂ ਅੱਜ ਤੋਂ 10 ਸਾਲ ਪਹਿਲਾਂ ਵੀ 12 ਸਾਲ ਪਹਿਲਾਂ ਸਰਵਿਸ ਹੁੰਦਿਆਂ ਵੀ ਕਿਹਾ ਸੀਗਾ ਕਿ 10% ਤਾਂ ਪੁਲਿਸ ਵਾਲੇ ਆਪ ਨਸ਼ਾ ਕਰਦੇ, ਨਸ਼ਾ ਕਿਵੇਂ ਬੰਦ ਹੋਣਗੇ। ਮੇਰੇ ਲਿਖੇ ਹੋਏ ਆਰਡਰ ਵੀ ਹੈਗੇ ਆ ਡੀਐਸਪੀ ਸਾਹਿਬਾਨ ਨੂੰ, ਦੂਜਿਆਂ ਨੂੰ, ਕਿ ਤੁਸੀਂ ਆਪਣੇ ਜਿਹੜੇ ਮੁਲਾਜ਼ਮ ਹੈ ਜਿਹੜੇ ਨਸ਼ਾ ਕਰਦੇ ਆ, ਇਹਨਾਂ ਨੂੰ ਕਹੋ ਇੱਕ ਤਾਂ ਨਸ਼ਾ ਤਿਆਗਣ, ਦੂਜਾ ਇਹ ਦੱਸਣ ਕਿਹਦੇ ਕੋਲੋਂ ਲੈ ਕੇ ਆਉਂਦੇ ਆ, ਨਹੀਂ ਤਾਂ ਨੌਕਰੀ ਤੋਂ ਡਿਸਮਿਸ ਕਰ ਦਿਓ। ਸੋ ਯੂ ਵਿਲ ਹੈਵ ਟੂ ਟੇਕ ਦੀ ਹਾਰਸ਼ ਡਿਸੀਜਨ। ਇਹ ਗੱਲ ਨਹੀਂ ਹੈ ਮਿੱਠੀਆਂ ਮਿੱਠੀਆਂ ਗੱਲਾਂ, ਕੁਛ ਨਾਲ ਨਹੀਂ ਹੋਣਾ, ਲੜਨਾ ਪੈਣਾ। ਸਿਸਟਮ ਕਰਪਟ ਹੋ ਗਿਆ ਔਰ ਉਸ ਸਿਸਟਮ ਕਰਪਟ ਨਾਲ ਇਹਨਾਂ ਨੇ ਤੁਹਾਨੂੰ ਤੰਗ ਵੀ ਕਰਨਾ, ਜਿਵੇਂ ਤੁਸੀਂ ਕਹਿ ਰਹੇ ਹੋ ਤੰਗ ਕਰਦੇ। ਮੇਰੀ ਸਿਕਿਉਰਿਟੀ ਵੀ ਡਰਾ ਕਰ ਲਈ ਕਿਸੇ ਵੇਲੇ ਕਿ ਅਸੀਂ ਜੈਟ ਸਿਕਿਉਰਿਟੀ। ਮੈਂ ਕਿਹਾ ਯਾਰ ਲੋਕ ਮੇਰੀ ਸਿਕਿਉਰਿਟੀ ਹੈ, ਮੈਨੂੰ ਤੁਹਾਡੀ ਸਿਕਿਉਰਿਟੀ ਦੀ ਲੋੜ ਹੀ ਨਹੀਂ। ਆਈ ਡੋਂਟ ਨੀਡ ਯੋਰ ਸਿਕਿਉਰਿਟੀ। ਮੈਨੂੰ ਕਿਹਨੇ ਮਾਰਨਾ?
ਜੇ ਮੈਂ ਤਾਂ ਕਿਸੇ ਮਿਨਿਸਟਰ ਵੀ ਬਣਾਂਗਾ ਤਾਂ ਮੈਂ ਕਦੇ ਸਿਕਿਉਰਿਟੀ ਨੂੰ ਨੇੜੇ ਵੀ ਨਹੀਂ ਆਉਣ ਦਿਆਂਗਾ। ਗਨਮੈਨ ਦੀ ਕੀ ਲੋੜ ਹੈ ਮੈਨੂੰ? ਅਸੀਂ ਲੋਕਾਂ ਦੇ ਬੰਦੇ ਆ, ਸਾਨੂੰ ਲੋਕਾਂ ਨੇ ਮਾਰਨੇ। ਇਹ ਤਾਂ ਐਵੇਂ ਹੀ ਜਿਹੜੇ ਆ ਨਾ ਇੱਕ ਝੂਠਾ ਫਰੇਮ ਬਣਿਆ ਹੋਇਆ। ਸਰਦਾਰ ਇਕਬਾਲ ਸਿੰਘ, ਮੈਨੂੰ ਕੋਈ ਬੰਦਾ ਇਹ ਵੀ ਤਾਂ ਦੱਸ ਦੇ ਜਿਹੜਾ ਇਹ ਕਹਿ ਸਕਦਾ ਵੀ ਉਹਨੇ ਮਰਨਾ ਨਹੀਂ। ਆਹ ਕਰੋਨਾ ਆਇਆ ਸੀ, ਪਤਾ ਨਹੀਂ ਕਿੰਨੇ ਕਿੰਨੇ ਵੱਡੇ ਬੰਦੇ ਨਿਊਯਾਰਕ ਦੇ ਵਿੱਚ ਇਹਦੀ ਭੇਟ ਹੋ ਗਏ। ਮੇਰਾ ਸਾਫ਼ ਜਿਹਾ ਮੰਨਣਾ ਹੈ ਕਿ ਮਰਨਾ ਤਾਂ ਹੈ ਹੀ ਆ, ਔਰ ਮਰਨ ਦੇ ਕਾਹਦੇ ਡਰ? ਜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਆ ਤੇ ਫਿਰ ਹੁਣ ਇਹ ਸੋਚਣ ਦੀ ਤਾਂ ਲੋੜ ਨਹੀਂ। ਜੇ ਲੋਕਾਂ ਲਈ ਮਰਨਾ ਹੈ ਤੇ ਲੋਕ ਜੀਣ ਦੇ ਵੀ ਸੌਖੇ ਰਸਤੇ ਦਿੰਦੇ ਆ, ਬਾਅਦ ਦੇ ਵਿੱਚ ਇੱਜ਼ਤ ਇੰਨੀ ਮਿਲਦੀ ਹੈ ਕਿ ਤੁਸੀਂ ਵੈਸੇ 20 ਸਾਲ ਵੱਡੇ ਹੋ ਜਾਂਦੇ ਹੋ। ਬਹੁਤ ਅੱਛਾ, ਬਹੁਤ ਅੱਛਾ ਜੀ। ਸੋ ਡਾਕਟਰ ਸਾਹਿਬ ਕੀ ਬੜੀ ਖੁਸ਼ੀ ਹੋਏਗੀ, ਬੜੀ ਖੁਸ਼ੀ ਹੋਏਗੀ। ਕੋਈ ਵੀ ਬੰਦਾ ਅੱਗੇ ਲੱਗਦਾ ਮੈਂ ਸਭ ਤੋਂ ਪਹਿਲਾਂ ਉਹਦੇ ਪਿੱਛੇ ਲੱਗਾਂਗਾ। ਲੇਕਿਨ ਜਿਹੜੀ ਹੈ ਅਸੀਂ ਸਾਰੇ ਮਿਲੀਏ ਤੇ ਲੈਟ ਅਸ ਆਲ ਕੰਟਰੀਬਿਊਟ। ਨਹੀਂ ਪਰ ਇਹਦੇ ਚ ਇੱਕ ਲਾਲਪੁਰਾ ਸਾਹਿਬ, ਇੱਕ ਹੋਰ ਡਾਕਟਰ ਸਾਹਿਬ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਚੀਜ਼ ਬੜੀ ਅਹਿਮ ਲੱਗਦੀ ਮੈਨੂੰ ਲੱਗਦਾ ਕਿ ਜੇ ਫੇਰ ਪਰਸਨੈਲਿਟੀ ਕਲਟ ਬਣਾ ਲੈਣੇ, ਸ਼ਖਸੀਅਤਾਂ ਵੱਡੀਆਂ ਕਰ ਲੈਣੀਆਂ ਨਾ ਵੀ ਅੱਗੇ ਕੋਈ ਲੱਗ ਜੇ, ਅੱਗੇ ਨਾ ਲੱਗੇ, ਫਿਰ ਉਹ ਸਿਆਪਾ ਉੱਥੇ ਪੈਂਦਾ। ਦੇਖੋ, ਇੱਕ ਨੂੰ ਲਾ ਕੇ ਦੂਜੇ ਨੂੰ ਲਾ ਲੈਂਦੇ ਹੋ, ਉਹਨੂੰ ਲਾਉਣ ਲੱਗਿਆ ਤੀਜਾ ਘੜ ਲੈਂਦੇ ਹੋ, ਤੀਜੇ ਤੋਂ ਬਾਅਦ ਚੌਥਾ ਆ ਜਾਂਦਾ। ਮੈਨੂੰ ਲੱਗਦਾ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਬਹੁਤ ਹੈ। ਬਿਲਕੁਲ ਸਿਸਟਮ ਬਿਹਤਰ ਹੋ ਜੇ, ਸਿਸਟਮ ਵੱਡਾ ਹੋ ਜੇ। ਡਾਕਟਰ ਸਾਹਿਬ ਇਹ ਠੀਕ ਹੈ ਗੱਲ ਕਿ ਨਹੀਂ? ਨਹੀਂ, ਬਿਲਕੁਲ ਸਹੀ ਹੈ। ਦੇਖੋ ਗੱਲ ਤੁਹਾਡੀ ਠੀਕ ਹੈ। ਗੱਲ ਪ੍ਰੈਕਟੀਕਲੀ ਅਸੀਂ ਇਹ ਗੱਲ ਕਰੀਏ ਕਿ ਜਿਹੜੀ ਸ਼ਖਸੀਅਤ ਹੈ ਜੀ ਉਹ ਆਪਣੇ ਆਪ ਵਿੱਚ ਇਸ ਪੱਧਰ ਦੀ ਹੋਏ ਕਿ ਲੋਕ ਜਿਹੜੇ ਨੇ ਉਹਦੀ ਰਿਸਪੈਕਟ ਜਿਹੜੀ ਆ ਉਹ ਕਰਨ। ਔਰ ਉਹ ਉਹੀ ਗੱਲ ਹੈ ਕਿ ਜੇਕਰ ਉਹ ਟਰਾਈਡ ਨੇ, ਜੇਕਰ ਉਹ ਆਪਣੀ ਪੋਜੀਸ਼ਨ 'ਚ ਰਹਿੰਦੇ ਹੋਏ ਬੇਦਾਗ ਰਹੇ ਨੇ ਔਰ ਲੋਕਾਂ ਵਿੱਚ ਇਹ ਗੱਲ ਦਾ ਅਹਿਸਾਸ ਹੈ, ਸਿਰਫ ਉਹਦਾ ਆਪਣਾ ਕਹਿਣ ਦਾ ਕਿ ਜੀ ਮੈਂ ਇਮਾਨਦਾਰ ਰਿਹਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਇਹ ਨਹੀਂ ਕੀਤਾ, ਉਹਦਾ ਕੋਈ ਫਰਕ ਨਹੀਂ। ਲੋਕਾਂ ਨੂੰ ਪਤਾ ਤੁਸੀਂ ਕੀ ਹੋ। ਮੈਨੂੰ ਯਾਦ ਹੈ ਇੱਕ ਵਾਰੀ ਸਾਧੂ ਸਿੰਘ ਹਮਦਰਦ ਹੁੰਦੇ ਸੀ, ਪੁਰਾਣੇ ਜ਼ਮਾਨੇ ਦੀ ਗੱਲ ਹੈ। ਉਹ ਸੈਰ ਕਰਦੇ ਕਰਦੇ ਜਿਹੜਾ ਇੱਕ ਥਾਂ ਦੇ ਉੱਤੇ ਅਸੀਂ ਬੈਠਦੇ ਸੀ ਚਾਹ ਪੀਣ ਲਈ, ਉੱਥੇ ਆ ਗਏ। ਕਿਉਂਕਿ ਹਮਦਰਦ ਸਾਹਿਬ ਜਿਹੜੇ ਸਾਨੂੰ ਹਰ ਬੰਦੇ ਨਾਲ, ਉਮਰ ਦੇ ਛੋਟੇ ਜਾਂ ਵੱਡੇ ਨਾਲ ਦੋਸਤੀ ਵਕਨ ਜਿਹੜਾ ਉਹ ਕਰਦੇ। ਉਹਨਾਂ ਨੇ ਹਮਦਰਦ ਸਾਹਿਬ ਨੂੰ, ਜਿਹੜਾ ਇੱਕ ਸਾਡੇ ਵਿੱਚ ਬੈਠਾ ਸੀ, ਉਹਨੇ ਥੋੜੀ ਜਿਹੀ ਉਹਦੀ ਚਮਚੀ ਹਮਦਰਦ ਸਾਹਿਬ ਦੀ ਮਾਰੀ ਕਿ ਹਮਦਰਦ ਸਾਹਿਬ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ? ਉਹ ਕਹਿੰਦੇ ਮੈਂ ਬਿਲਕੁਲ ਨਹੀਂ ਲੜਨੀ ਇਲੈਕਸ਼ਨ। ਕਹਿੰਦੇ ਮੈਨੂੰ ਨਹੀਂ ਪਤਾ ਕਿ ਮੇਰੀ ਦਾਦੀ ਦਾ ਕਿਹਦੇ ਨਾਲ ਯਾਰਾਨਾ ਸੀ ਤੇ ਮੈਂ ਪਤਾ ਵੀ ਨਹੀਂ ਕਰਨਾ ਚਾਹੁੰਦਾ। ਸੋ ਜਿਹੜੀ ਅਸਲੀਅਤ ਇਹ ਹੈ ਕਿ ਪੋਲਿਟਿਕਸ ਇੰਨੀ ਗੰਦੀ ਹੋ ਗਈ ਹੈ ਕਿ ਜੇਕਰ ਉਹ ਬੰਦਾ ਇਮਾਨਦਾਰ ਹੈ ਤੇ ਉਹਦਾ ਅੱਗੋਂ ਕੀ ਹੈ, ਕਿਵੇਂ ਕਰੈਕਟਰ ਅਸੈਸੀਨੇਸ਼ਨ ਕਰਨੀ ਹੈ, ਕਿਵੇਂ ਕੀ ਕਰਨਾ। ਇਸ ਕਰਕੇ ਜਿਹੜੀ ਸਿਰ ਧੜ ਦੀ ਬਾਜ਼ੀ ਵਾਲੀ ਗੱਲ ਬਿਲਕੁਲ ਠੀਕ ਹੈ। ਲੇਕਿਨ ਸਭ ਤੋਂ ਪਹਿਲਾਂ ਜਿਹੜੀ ਰੰਧਾਵਾ ਸਾਹਿਬ ਨੇ ਗੱਲ ਕੀਤੀ, ਉਹ ਸ਼ਾਰਟ ਟਰਮ ਗੱਲ ਨਹੀਂ ਹੋਣੀ, ਲੌਂਗ ਟਰਮ ਹੋਣੀ ਹੈ। ਔਰ ਲੌਂਗ ਟਰਮ ਜਿਹੜੀ ਗੱਲ ਹੋਏਗੀ ਉਹ ਪਛਾਣੀ ਵੀ ਜਾਏਗੀ ਕਿ ਪਹਿਲਾਂ ਨੀਤੀਆਂ ਜਿਹੜੀਆਂ ਨੇ ਬਣਨੀਆਂ ਨੇ ਕਿ ਸਾਡਾ ਐਜੂਕੇਸ਼ਨ ਸਿਸਟਮ ਕੀ ਹੈ, ਸਾਡਾ ਹੈਲਥ ਸਿਸਟਮ ਕੀ ਹੈ, ਸਾਡਾ ਐਡਮਿਨਿਸਟ੍ਰੇਟਰ, ਕੱਲਾ ਪੁਲਿਸ ਦਾ ਗੜਬੜ ਨਹੀਂ ਹੈਗੀ, ਪੁਲਿਸ ਦੇ ਨਾਲ ਜਿਹੜੀ ਹੈ ਸਾਡਾ ਰਾਜਨੀਤੀਕਰਨ ਕੀ ਹੈ। ਇਹ ਸਾਰੀਆਂ ਗੱਲਾਂ ਤਾਂ ਸੁਣਵਾਈ ਹੋਣੀ ਹੈ ਜੇਕਰ ਉਹ ਸੁਣਵਾਈ ਦੇ ਥੱਲੇ ਗਰਾਊਂਡ ਲੈਵਲ ਦੇ ਉੱਤੇ ਸਾਡੇ ਸਟੂਡੈਂਟ, ਸਾਡਾ ਆਲਾ ਦੁਆਲਾ ਜਿਹੜਾ ਹੈ ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਤੁਸੀਂ ਜੇ ਐਗਜ਼ਾਮਪਲ ਦੇ ਤੌਰ ਤੇ ਕਹੀਏ ਕਿ ਕਨਈਆ ਕੁਮਾਰ ਨੂੰ ਅਸੀਂ ਸਾਰੇ ਪਿਆਰ ਕਰਨੇ, ਉਹਦੇ ਜਿਹੜੇ ਨੇ ਭਾਸ਼ਣ ਸਾਨੂੰ ਪਤਾ ਲੱਗਦੇ ਨੇ, ਲੇਕਿਨ ਇਲੈਕਸ਼ਨ ਉਹ ਹਾਰ ਜਾਂਦਾ। ਕਿਉਂ ਹਾਰਿਆ? ਇਸ ਕਰਕੇ ਕਿ ਥੱਲੇ ਜਿਹੜੀ ਸੀ ਉਹ ਰਾਜਨੀਤੀ ਜਿਹੜੀ ਹੈ ਉਹਦੀਆਂ ਕਰੰਟ ਸੋਰਸ ਆ ਜੀ। ਔਰ ਉਹ ਜਿਹੜਾ ਕੋਈ ਵੀ ਡਾਕਟਰ ਮਨਮੋਹਨ ਸਿੰਘ ਜ਼ਿੰਦਗੀ 'ਚ ਇੱਕ ਇਲੈਕਸ਼ਨ ਲੜੀ ਔਰ ਉਹ ਵੀ ਸਭ ਤੋਂ ਵੱਧ ਪੜ੍ਹੀ ਲਿਖੀ ਕੌਂਸਟੀਟਿਊਂਸੀ ਨਿਊ ਦਿੱਲੀ ਕੌਂਸਟੀਟਿਊਂਸੀ ਤੋਂ ਲੜੀ ਔਰ ਉਹ ਇਲੈਕਸ਼ਨ ਹਾਰ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਜਿਹੜਾ ਹਰ ਇੱਕ ਦਾ ਰੋਲ ਆਪਣਾ ਆਪਣਾ ਜੀ, ਉਹ ਰੋਲ ਜਿਹੜਾ ਹੈ ਉਹ ਕੁਝ ਲੋਕਾਂ ਦਾ ਗਰਾਊਂਡ ਲੈਵਲ ਤੇ ਹੈ, ਕੁਝ ਲੋਕਾਂ ਦਾ ਜਿਹੜਾ ਹੈ ਉਹ ਸਿਰਫ ਰਹਿ ਕੇ ਨੀਤੀ ਬਣਾਉਣੀ, ਸਟ੍ਰੈਟਜੀ ਬਣਾਉਣੀ, ਉੱਥੋਂ ਤੱਕ ਜਿਹੜਾ ਉਹ ਰੋਲ ਬਣਦਾ। ਲੇਕਿਨ ਜੇਕਰ ਉਹ ਇਹ ਸਾਰਿਆਂ ਨੂੰ ਇੱਕੋ ਕੰਮ ਸੌਂਪਤਾ ਜਾਏ ਤੇ ਸ਼ਾਇਦ ਰਿਜ਼ਲਟ ਜਿਹੜਾ ਉਹ ਨਹੀਂ ਨਿਕਲਦਾ। ਮੇਰੇ ਹਿਸਾਬ ਨਾਲ ਜਿਹੜੀ ਗੱਲ ਪਹਿਲੀ ਹੈ ਕਿ ਪੰਜਾਬ ਕਿਸੇ ਪੋਲੀਟੀਕਲ ਸਿਸਟਮ ਲਈ ਨਹੀਂ, ਪੰਜਾਬ ਕਿਸੇ ਆਰਗੇਨਾਈਜੇਸ਼ਨ ਲਈ ਨਹੀਂ, ਪੰਜਾਬ ਦੇ ਲੋਕਾਂ ਦੇ ਭਲੇ ਲਈ ਸ਼ਾਰਟ ਟਰਮ ਤੇ ਲੌਂਗ ਟਰਮ ਕੀ ਜਿਹੜੀ ਹੈ ਉਹ ਨੀਤੀ ਹੋਣੀ ਚਾਹੀਦੀ ਹੈ ਔਰ ਉਹਦੀ ਅੱਗੋਂ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਇਹ ਇੱਕ ਗਰੁੱਪ ਦਾ ਜਿਹੜਾ ਉਹ ਰੋਲ ਹੈ, ਉਹਨੂੰ ਅੱਗੇ ਗ੍ਰੈਬ ਕਰੇਗਾ ਉਹ ਜਿਹੜਾ ਅਸਲੀ ਲੜਾਈ ਦੇ ਮੈਦਾਨ ਦੇ ਵਿੱਚ ਜਿਹੜਾ ਇੱਕ ਸਿਪਾਹੀ ਹੈ। ਸਿਪਾਹੀ ਫਿਰ ਕੁਝ ਸੈਕਿੰਡ ਦੇ ਦੇਖੋ, ਖੂਬਸੂਰਤੀ ਇਹ ਹੈ, ਜਿਹੜੀ ਗੱਲ ਮੈਂ ਕਰ ਰਿਹਾ ਨਾ, ਖੂਬਸੂਰਤੀ ਇਹ ਹੈ ਕਿ ਜਿਹੜਾ ਤੁਹਾਡੇ ਵਰਗਾ ਇੰਟੈਲੈਕਚੁਅਲ ਵਰਗ ਹੈ, ਮੈਂ ਬਹੁਤ ਸਾਰਿਆਂ ਨਾਲ ਰਾਬਤਾ ਬਣਾਇਆ। ਮੈਨੂੰ ਖੁਸ਼ੀ ਇਸ ਕਰਕੇ, ਮੈਂ ਕੋਈ ਹਵਾ 'ਚ ਤੀਰ ਨਹੀਂ ਮਾਰ ਰਿਹਾ। ਮੈਨੂੰ ਪਤਾ ਹੈ ਕਿ ਜਦੋਂ ਤੁਹਾਡੇ ਵਰਗੇ ਲੋਕਾਂ ਨਾਲ ਆਫ ਦਾ ਰਿਕਾਰਡ ਗੱਲ ਹੁੰਦੀ ਹੈ ਤੇ ਗੱਲ ਇੰਨੀ ਗੈਰ ਗੰਭੀਰ ਹੁੰਦੀ
ਸਾਡੇ ਪੋਲੀਟੀਸ਼ੀਅਨ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਸਾਰਿਆਂ ਕੋਲ ਸੀਮਤ ਵਿਜ਼ਨ ਹੋ ਸਕਦਾ, ਇੱਕ ਬੰਦਾ ਸਭ ਕੁਝ ਨਹੀਂ ਕਰ ਸਕਦਾ। ਲੇਕਿਨ ਜਦੋਂ ਤੁਸੀਂ ਲੋਕ ਲੌਂਗ ਟਰਮ ਨੀਤੀ ਦੀ ਗੱਲ ਕਰਦੇ ਹੋ, ਬਿਹਤਰੀਨ ਸਭ ਤੋਂ ਉਹ ਹੁੰਦਾ। ਲੇਕਿਨ ਇਨਸਟੈਂਟ ਜਿਹੜਾ ਟੀਕਾ ਲਾਉਣਾ ਉਹ ਵੀ ਇੱਕ ਪਹਿਲੂ ਆ। ਸੋ ਮੈਨੂੰ ਇੰਝ ਲੱਗਦਾ ਕਿ ਸਿਰਫ ਤੁਸੀਂ ਲੋਕ ਕਰ ਸਕਦੇ ਹੋ ਜਿਹੜੇ ਵੱਖ-ਵੱਖ ਖੇਤਰਾਂ ਦੇ ਐਕਸਪਰਟ ਹੈਗੇ ਹੋ, ਮਾਹਿਰ ਹੋ। ਉਹ ਤੁਸੀਂ ਬਹਿ ਕੇ ਨਿੱਠ ਕੇ ਕੰਮ ਕਰਨਾ ਜਾਣਦੇ ਹੋ, ਕਿਤਾਬਾਂ ਲਿਖਣੀਆਂ ਜਾਣਦੇ ਹੋ ਤੇ ਫੀਲਡ ਦੇ ਵਿੱਚ ਤੁਸੀਂ ਅਗਵਾਈ ਦੇਣੀ ਵੀ ਜਾਣਦੇ ਹੋ। ਮੈਨੂੰ ਪਤਾ ਜਿੰਨੇ ਵੀ ਲੋਕ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਆ, ਉਹਨਾਂ ਸਾਰਿਆਂ ਨੇ ਮੂਹਰਿਓਂ ਅਗਵਾਈ ਦਿੱਤੀ ਹੈ, ਫਿਰ ਉਹਨਾਂ ਨੇ ਘੰਟਿਆਂ ਬੱਧੀ ਤਪੱਸਿਆ ਵੀ ਕੀਤੀ ਆ ਸਮਝਣ ਦੀ ਤੇ ਲਿਖਣ ਦੀ। ਮੈਨੂੰ ਇੰਝ ਲੱਗਦਾ ਕਿ ਇਹ ਵਰਗ ਜਿਹੜਾ ਸੋਚਦਾ ਸੀ ਕਿ ਛੱਡੋ ਸਾਡੇ ਵੱਸ ਦਾ ਰੋਗ ਨਹੀਂ, ਇਹ ਹੁਣ ਫੇਰ ਕਿਉਂਕਿ ਜਦੋਂ ਸਭ ਲੁੱਟਿਆ ਪੁੱਟਿਆ ਗਿਆ ਇਹੀ ਫੀਲਡ ਚ ਆਊਗਾ ਮੁੜ ਕੇ। ਉਸ ਤੋਂ ਬਾਅਦ ਇਹ ਨੌਜਵਾਨਾਂ ਦੀ ਟੀਮ ਚੂਜ਼ ਕਰੇਗਾ। ਵੱਡੀ ਗੱਲ ਆ ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਸਾਡੇ ਕੋਲ ਹੁਣ ਪੰਜਾਬ ਲਈ ਖਾਕਾ ਹੈ ਤੇ ਇਹਨੂੰ ਇੰਪਲੀਮੈਂਟ ਕਰਨ ਲਈ ਸਾਨੂੰ 117 ਬੰਦਿਆਂ ਦੀ ਲੋੜ ਆ। ਇੱਕ 20 ਬੰਦਿਆਂ ਦੀ ਜਿਹੜੀ ਜਿੱਦਾਂ UPSC ਦੀ ਪ੍ਰੀਖਿਆ ਹੁੰਦੀ ਹੈ, ਤੁਸੀਂ ਲੋਕ ਬੈਠ ਕੇ ਉਸ ਤਰੀਕੇ ਨਾਲ MLA ਚੁਣਨ ਦੀ ਪ੍ਰਕਿਰਿਆ ਕਰ ਰਹੇ ਹੋਵੋ ਉਮੀਦਵਾਰੀ ਦੀ, ਤੇ ਲੋਕ ਨਹੀਂ ਕਹਿਣਗੇ, ਉੱਡ ਕੇ ਨਹੀਂ ਆਉਣਗੇ। ਪਿੰਡ ਚ ਆਖਰ ਚ ਬੈਠਾ ਬੰਦਾ ਵੀ ਫੋਨ ਤੇ ਵਿਹਲਾ ਬੈਠਾ ਹੀ ਕਹੂਗਾ ਯਾਰ ਇਹ ਕੀ ਹੋ ਰਿਹਾ, ਆਹ ਗੱਲ ਬਣ ਰਹੀ ਹੈ। ਮੈਨੂੰ ਇੰਝ ਲੱਗਦਾ ਅਜੇ ਤੁਸੀਂ ਕਹੋਗੇ ਕਿ ਇਹ ਵਿਹਾਰਕ ਨਹੀਂ, ਲੇਕਿਨ ਇੱਕ ਦਿਨ ਇਹੀ ਗੱਲ ਵਿਹਾਰਕ ਹੋਣੀ ਆ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਰਵਾਇਤੀ ਪੋਲੀਟੀਸ਼ੀਅਨਸ ਨੂੰ ਛੱਡ ਕੇ ਨਵੇਂ ਸਿਰਿਓਂ ਪੋਲੀਟੀਸ਼ੀਅਨਸ ਦੀ ਇੰਟਰਵਿਊ ਹੋ ਰਹੀ ਆ। ਉਦੋਂ ਮੈਨੂੰ ਲੱਗਦਾ, ਲੇਕਿਨ ਪਹਿਲਾਂ ਤੁਸੀਂ ਨੀਤੀ ਵਿਖਾਓਗੇ ਕਿ ਸਾਡੇ ਕੋਲ ਆਹ ਨੀਤੀ ਹੈ ਭਾਈ, ਤੇਰੇ ਕੋਲ ਇੰਪਲੀਮੈਂਟ ਕਰਨ ਲਈ ਕਿੰਨਾ ਦਿਮਾਗ ਆ ਦੱਸ, ਉਹ ਗੱਲ ਹੋ ਸਕਦੀ ਆ। ਔਰ ਉਹਦੇ ਵਿੱਚ ਤੁਸੀਂ 10 12 15 ਲੋਕ ਵੀ ਚੁਣ ਕੇ ਆ ਸਕਦੇ। ਸ਼ਾਰਟ ਟਰਮ ਜਿਹੜੀ ਹੈ ਗੱਲ ਤੇ ਲੌਂਗ ਟਰਮ ਦੀ ਜਿਹੜੀ ਗੱਲ ਹੈ ਕਿ ਨੀਤੀ ਜਿਹੜੀ ਹੈ ਬਣਾਓ, ਸਟ੍ਰੈਟਜੀ ਦੇ ਜਿਹੜੇ ਵਿੱਚ ਜਿਸ ਵੇਲੇ ਅਸੀਂ ਟਿਕਟਾਂ ਵੰਡਣ ਦੀ ਗੱਲ ਜਿਹੜੀ ਆ ਉਹ ਸ਼ੁਰੂ ਕਰਨੇ ਆ, 117 ਬੰਦੇ ਲੱਭਣੇ ਨੇ ਦੂਜੇ ਨੇ, ਉਸੇ ਵੇਲੇ ਹੀ ਉਹਦਾ ਰਾਜਨੀਤੀਕਰਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਔਰ ਉਹ ਰਾਜਨੀਤੀਕਰਨ ਜਿਹੜਾ ਹੈ ਉਹਦਾ ਹਸ਼ਰ ਉਹੀ ਹੋਏਗਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਉਹ ਹੁੰਦਾ। ਸੋ ਮੇਰਾ ਵਿਚਾਰ ਇਹ ਹੈ ਕਿ ਤੁਸੀਂ ਨੀਤੀ ਬਣਾਓ, ਨੀਤੀ ਬਣਾ ਕੇ ਉਹ ਏਜੰਡਾ ਜਿਹੜਾ ਆਮ ਲੋਕਾਂ 'ਚ ਲੈ ਕੇ ਜਾਓ, ਔਰ ਆਮ ਲੋਕਾਂ ਦੇ ਵਿੱਚੋਂ ਫਿਰ ਜਿਹੜਾ ਹੈ ਉਹ ਆਪਣੇ ਆਪ ਵਿੱਚ ਕੁਝ ਲੋਕ ਜਿਹੜੇ ਨੇ ਪੈਦਾ ਹੋਣਗੇ। ਲੋਕਾਂ ਨੂੰ ਲੱਗੇਗਾ ਕਿ ਇਹ ਬੰਦਾ ਠੀਕ ਹੈ, ਅਸੀਂ ਇਹਨੂੰ ਲੀਡਰਸ਼ਿਪ ਜਿਹੜੀ ਹੈ ਦਈਏ, ਨਾ ਕਿ ਉੱਤੋਂ ਕੈਂਡੀਡੇਟ ਜਿਹੜੇ ਨੇ ਠੋਸਣੇ ਸ਼ੁਰੂ ਕਰੀਏ, ਅਸੀਂ ਫੈਸਲਾ ਕਰੀਏ ਕਿ ਜਿਹੜਾ ਹੈ ਉਹ ਕੌਣ ਠੀਕ ਹੈ ਕੌਣ ਨਹੀਂ ਹੈ। ਲੋਕਾਂ ਦਾ ਫੈਸਲਾ ਹੈ। ਜੇ ਅਸੀਂ ਕਹੀਏ ਕਿ ਗਰਾਊਂਡ ਲੈਵਲ ਤੇ ਲੋਕ ਆਪਣਾ ਕੈਂਡੀਡੇਟ ਚੁਣ ਲੈਣ, ਤੁਸੀਂ ਉਹਦਾ ਇਹ ਦੇਖ ਸਕਦੇ ਹੋ ਕਿ ਜਿਹੜੇ ਕ੍ਰੈਡੈਂਸ਼ੀਅਲ ਠੀਕ ਹੈ ਨੇ ਕਿ ਨਹੀਂ, ਉਹਦੇ ਜਿਹੜੇ ਕਿਰਦਾਰ ਕੀ ਰਿਹਾ, ਉਹ ਅੱਗੇ ਜਾ ਕੇ ਕੀ ਹੋ ਸਕਦਾ ਹੈ। ਲੇਕਿਨ ਕਦੀ ਜੇਕਰ ਅਸੀਂ ਸਿੱਧਾ ਆਪਣਾ ਏਜੰਡਾ ਜਿਹੜਾ ਹੈ ਉਹ ਰਾਜਨੀਤਿਕ ਪਾਵਰ ਤੱਕ ਲੈ ਕੇ ਜਾਵਾਂਗੇ ਤੇ ਰਾਜਨੀਤੀ ਜਿਹੜੀ ਉਹ ਗੰਦੀ ਰਹਿਣੀ ਹੈ, ਉਹਨੂੰ ਅਸੀਂ ਬਹੁਤ ਦੇਰ ਤੱਕ ਬਚਾ ਨਹੀਂ ਸਕਦੇ। ਕਿਉਂਕਿ ਜਿਹੜੇ ਐਲੀਮੈਂਟ ਨੇ, ਮੇਰੀ ਗੱਲ ਸਰਦਾਰ ਇਕਬਾਲ ਸਿੰਘ ਨੂੰ ਲੈ ਲਵਾਂ। ਨਹੀਂ, ਮੈਂ ਤੁਹਾਡੀ ਗੱਲ ਪੂਰੀ ਹੋ ਗਈ। ਨਹੀਂ, ਮੈਂ ਗੱਲ ਇੱਕ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਨਾ ਕਿ ਤੁਸੀਂ ਇਹ ਗੱਲ ਸਮਝ ਕੇ ਚੱਲੋ ਕਿ ਜਿਸ ਵੇਲੇ ਰਾਜਨੀਤੀ ਜਿਹੜੀ ਹੈ ਤੁਹਾਡਾ ਏਮ ਹੋਣਾ ਤੇ ਉਸ ਵੇਲੇ ਉਸੇ ਵੇਲੇ ਹੀ ਖਰੀਦੋ ਫਰੋਖਤ ਅੰਦਰ ਐਂਟੀ, ਜਿਵੇਂ ਇਕਬਾਲ ਸਿੰਘ ਨੇ ਦੱਸਿਆ ਕਿ ਲੋਕ ਹੁਣ ਹੀ ਨਜ਼ਰ ਮਾਰਦੇ ਨੇ ਕਿ ਜੇ ਸੈਂਟਰ 'ਚ BJP ਹੈ ਤੇ BJP ਜੋ ਕੀ ਡਾਕਟਰ ਸਾਹਿਬ ਜੇ ਇਸੇ ਡਰਾਂ 'ਚ ਬੈਠੇ ਰਹੇ ਤੇ ਫਿਰ ਚੰਗਾ ਕਿਤਾਬ ਲਿਖ ਲਓ, ਇਹਨਾਂ ਚੱਕਰਾਂ 'ਚ ਪੈਣਾ ਕਿਉਂ, ਛੱਡੋ ਪਰ। ਨਾ ਉਹਦੇ 'ਚ ਇਹ ਹੈ ਕਿ ਤੁਸੀਂ ਏਜੰਡਾ ਦਿਓ। ਡਾਕਟਰ ਸਾਹਿਬ ਤੁਸੀਂ ਗੁੱਸਾ ਨਾ ਕਰਿਓ, ਫਿਰ ਦੇਖੋ ਤੁਹਾਡਾ ਖੂਬਸੂਰਤ ਚਿਹਰਾ ਹੈ, ਇੰਜ ਲੱਗਣ ਲੱਗ ਪਿਆ ਤੁਸੀਂ ਬੁੱਢੇ ਹੋ ਗਏ। ਪਤਾ ਕੀ ਹੈ, ਤੁਸੀਂ ਡਰ ਗਏ ਹੋ। ਐ ਨਹੀਂ, ਦੇਖੋ ਰਾਜਨੀਤੀ ਕਰਨ ਲਈ ਜਾਣਾ ਹੈ ਤੇ ਰਾਜਨੀਤੀ ਕਿਉਂ ਨਹੀਂ ਕਰਨੀ। ਮੈਂ ਤਾਂ ਕਹਿਣ ਡਿਆ ਕਿ ਉਹ ਲੋਕ ਜਿਹੜੇ ਚੁਣ ਕੇ ਉਹ ਦਈਏ, ਜਿਹੜੇ ਚੁਣ ਕੇ ਇਹਨਾਂ ਦਾ ਮੁਕਾਬਲਾ ਕਰ ਸਕਣ, ਜਿਹੜੇ ਕਹਿੰਦੇ ਨਾ ਸਾਡੇ ਬਿਨਾ, ਉਹ ਕਹਿੰਦੇ ਹੁੰਦੇ ਸੀ ਕੇਜਰੀਵਾਲ ਨੂੰ, ਇਹ ਚਿੱਕੜ ਆ ਨਾ ਤੂੰ ਕਹਿੰਦਾ ਤੇ ਚਿੱਕੜ 'ਚ ਵੜ ਕੇ ਦਿਖਾ। ਉਹ ਵੜਿਆ ਨਾ, ਫਿਰ ਭਾਵੇਂ ਠੀਕ ਹੈ ਕਿ ਉਹ ਵੀ ਉਹ ਫਿਰਕੂਵਾਦ ਦੀ ਉਹਨੇ ਵੀ ਪੱਤੇ ਖੇਡੇ, ਉਹਨੇ ਸਾਰਾ ਕੁਝ ਕੀਤਾ ਕਿਉਂਕਿ ਉਹਨੂੰ ਸੱਤਾ ਦਾ ਚਸਕਾ ਲੱਗ ਗਿਆ। ਮੈਂ ਇਹ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਰਾਜਨੀਤੀ ਪਹਿਲੇ ਦਿਨ ਕਹਿੰਦੇ ਕਿ ਰਾਜਨੀਤੀ ਤੁਹਾਡੇ ਸਾਹਮਣੇ ਨਹੀਂ, ਤੁਹਾਡੇ ਸਾਹਮਣੇ ਅਨਾਜ਼ ਆ ਰਹੇ ਸੀ ਜਿਸ ਹਿਸਾਬ ਦੇ ਹਸ਼ਰ ਦੇ ਵਿੱਚ ਅਨਾਜ਼ ਆ ਰਹੇ ਗਿਆ ਤੇ ਜਿੱਥੋਂ ਸ਼ੁਰੂ ਹੋਇਆ ਸੀ ਉਹਦੀ ਫੇਲਿਅਰ ਦੇ ਕਾਰਨ ਕੀ ਸਨ, ਔਰ ਉਦੋਂ ਬਾਅਦ ਉਹਦਾ ਬਿਲਕੁਲ ਘਰ ਬਹਿ ਜਾਂਦਾ ਸੀ ਕਿ ਉਹਦੀ ਫਰਸਟ੍ਰੇਸ਼ਨ ਸੀ ਕਿ ਜਿਹੜੇ ਲੋਕ ਨਾਲ ਲਾਏ ਸਾਰੇ ਲੋਕ ਉਹ ਸਨ ਜਿਹੜੇ ਸੱਤਾ ਦੀ ਖਾਤਰ ਉਹਦੇ ਨਾਲ ਜੁੜੇ ਸਨ, ਲੇਕਿਨ ਸਾਹਮਣੇ ਉਹਨਾਂ ਨੇ ਚਿਹਰਾ ਦੂਜਾ ਰੱਖਿਆ। ਸਾਰੀਆਂ ਹੀ ਆਪਣੀਆਂ ਪੋਜੀਸ਼ਨਾਂ ਲੈ ਗਏ, ਕੁਝ ਲੜਨ ਜੋਗੇ ਰਹਿ ਗਏ, ਬਾਕੀ ਸਾਰੇ ਜਿਹੜੇ ਉੱਥੇ ਰਹਿ ਗਏ। ਗੱਲ ਐਡੀ ਵੱਡੀ ਮੂਵਮੈਂਟ ਜਿਹੜੀ ਕਿ ਕਿਸੇ ਵੇਲੇ JP ਨੇ ਸ਼ੁਰੂ ਵੀ ਕੀਤੀ ਸੀ, ਉਦੋਂ ਬਾਅਦ ਅਨਾਜ਼ਾਰੇ ਨੇ ਕੀਤੀ। ਅਲਟੀਮੇਟਲੀ ਜਿਸ ਵੇਲੇ ਉਹਦਾ ਰਾਜਨੀਤੀਕਰਨ ਹੋਇਆ, ਉਹਦਾ ਸੋਸ਼ਲ ਆਸਪੈਕਟ ਔਰ ਉਹਦਾ ਆਮ ਲੋਕਾਂ ਨਾਲ ਜੁੜ ਕੇ ਇੱਕ ਪਲੇਟਫਾਰਮ ਬਣਾਉਣ ਦਾ ਜਿਹੜਾ ਬੇਸ ਸੀ ਉਹ ਖਤਮ ਹੋ ਗਿਆ। ਅੱਛਾ ਡਾਕਟਰ ਸਾਹਿਬ, ਡਾਕਟਰ ਸਾਹਿਬ ਕੁਝ ਮਿੰਟ ਦਿਓ, ਆਪਾਂ ਸਰਦਾਰ ਇਕਬਾਲ ਸਿੰਘ ਨੂੰ ਜੋੜ ਲਈਏ, ਆਪਾਂ ਥੋੜਾ ਜਿਹਾ ਨੂੰ ਡਿਬੇਟ ਵਾਂਗ ਲੈ ਲਈਏ। ਹਾਂਜੀ, ਮੈਂ ਸਰਦਾਰ ਸਾਹਿਬ
ਫਿਰ ਉੱਥੇ ਮੁੱਦੇ ਤੇ ਆਵਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਮੈਂ ਫੋਕਸਡ ਹੈ ਜਿਹੜੀ ਚੀਜ਼ ਨੂੰ ਮੇਰੇ ਦਿਮਾਗ 'ਚ ਜਾਂ ਤੇ ਮੈਨੂੰ ਗਲਤ ਸਾਬਤ ਕਰ ਦਿਓ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਜਿਸ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਜਿਹੜੀ ਰਵਾਇਤੀ ਸਿਆਸਤ ਆ ਉਹ ਠੀਕ ਨਹੀਂ ਕਰ ਰਹੀ, ਉਹਦਾ ਬਦਲ ਚਾਹੀਦਾ। ਤੇ ਬਦਲ ਲਈ ਸਾਡੇ ਕੋਲ ਸਿੱਧਾ ਜਿਹਾ ਤਰੀਕਾ ਹੈ ਕਿ ਉਹ ਲੋਕ ਲਿਆਂਦੇ ਜਾਣ ਜਿਹੜੇ ਲੋਕਾਂ ਨੂੰ, ਜਿਨ੍ਹਾਂ ਦੀ ਚੋਣ ਪ੍ਰਕਿਰਿਆ ਤਾਂ ਬਦਲਵੀਂ ਹੋ ਸਕਦੀ ਹੈ, ਜੋ ਮੈਂ ਕਹਿ ਰਿਹਾ ਨਹੀਂ ਹੋ ਸਕਦਾ, ਲੇਕਿਨ ਜੇ ਨੀਤੀ ਦੇ ਨਾਲ ਅਸੀਂ ਉਹ ਬੰਦੇ ਨਹੀਂ ਚੁਣਾਂਗੇ, ਅਸੀਂ ਇਹ ਕਲੀਅਰ ਕਹਿ ਕੇ ਨਹੀਂ ਆਉਂਦੇ ਕਿ ਅਸੀਂ ਬਦਲਾ ਦੇਵਾਂਗੇ, ਤੁਹਾਡੀ ਗੱਲ ਵੀ ਕੋਈ ਕਿਉਂ ਸੁਣੂਗਾ? ਸੈਮੀਨਾਰ ਤੇ 50 ਕਰਦੇ ਫਿਰਾਂਗੇ, ਕਿੰਨੇ ਪੁੱਛਣ ਆਉਣਾ ਸਾਨੂੰ? ਔਰ ਉਹ ਅਸੀਂ ਆਪਸ ਵਿੱਚ ਖੁਸ਼ੀ ਲੈ ਕੇ ਆ ਜਾਾਂਗੇ, ਅੱਜ ਮੈਂ ਬੜਾ ਸੋਹਣਾ ਬੋਲਿਆ, ਦੂਜਾ ਤੁਹਾਨੂੰ ਕਹਿ ਦੂਗਾ ਹਾਂ ਅੱਜ ਤੁਹਾਡੇ ਕੋਲ ਆ ਕਮੀ ਰਹਿ ਗਈ ਜਾਂ ਵਧੀਆ ਬੋਲੇ। ਆਪਣੀ ਇੱਕ ਦੂਜੇ ਦੀ ਪਿੱਠ ਥਾਪਣ ਨਾਲ ਗੱਲ ਨਹੀਂ ਬਣਨੀ। ਇਹ ਤਾਂ ਯੁੱਧ ਹੈ ਜਿਹੜਾ ਲੜਨ ਲਈ ਬੜੇ ਖਤਰੇ ਸੇੜਨੇ ਪੈਣੇ। ਕੀ ਖਿਆਲ? ਗੱਲ ਯਾਰ ਰੰਧਾਵਾ ਸਾਹਿਬ, ਤੁਸੀਂ ਇੱਕ ਸ਼ਬਦ ਮੇਰੇ ਵਰਤੇ, ਮੈਂ ਉਹ ਹਰ ਜਗ੍ਹਾ ਕਰਦਾ ਹੁੰਦਾ ਕਿ ਭਾਈ ਜੇ ਗੰਦ ਸਾਫ਼ ਕਰਨਾ ਤੇ ਵਿੱਚ ਵੜ ਕੇ ਹੋਣਾ ਹੈ ਜੀ, ਬਾਹਰੋਂ ਗੰਦ ਸਾਫ਼ ਨਹੀਂ ਹੋ ਸਕਦਾ। ਦੂਜੀ ਗੱਲ ਹੈ, ਜੇ ਅਸੀਂ ਦਿਲੋਂ ਚਾਹੁੰਦੇ ਆ ਕਿ ਪੰਜਾਬ ਨੂੰ ਬਦਲਣਾ ਹੈ, ਜੇ ਅਸੀਂ ਚਾਹੁੰਦੇ ਆ ਕਿ ਦਿਲੋਂ ਇਹਨੂੰ ਗੁਰੂਆਂ ਦੀ ਧਰਤੀ ਬਣਾਉਣਾ, ਇਹਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ, ਤੇ ਸਾਨੂੰ ਇਹਦੇ 'ਚ ਵੜਨਾ ਪਏਗਾ। ਸਾਨੂੰ ਵੜਨਾ ਪਏਗਾ ਰਾਜਨੀਤੀ 'ਚ। ਜਿਹੜਾ ਕੰਮ ਰਾਜਨੀਤੀ ਰਾਹੀਂ ਹੋਣਾ, ਇਹ ਰਾਜਨੀਤੀ ਤੋਂ ਬਾਹਰ ਬਹਿ ਕੇ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ, ਇਹ ਗੱਲਾਂ ਨਾਲ ਨਹੀਂ ਹੋਣਾ। ਇਹਦੇ ਵਿੱਚ ਜਿਹੜਾ ਵੀ ਵਿਅਕਤੀ ਚਾਹੁੰਦਾ ਕਿ ਮੈਂ ਕੁਝ ਕੰਟਰੀਬਿਊਟ ਅੱਗੇ, ਦੂਜੀ ਗੱਲ ਹੈ ਕਿ ਰਾਜਨੀਤੀ 'ਚ ਬਦਨਾਮੀ ਹੋਏਗੀ, ਬਿਲਕੁਲ ਬਦਨਾਮੀ ਨਹੀਂ। ਅਸੀਂ ਤਾਂ ਸਾਰੇ ਟੈਸਟ ਪਾਸ ਕਰ ਲਏ। ਅਸੀਂ ਜਦੋਂ ਨੌਕਰੀ 'ਚ ਸੀਗੇ, ਇਮਾਨਦਾਰੀ ਨਾਲ ਨੌਕਰੀ ਕਰਨਾ ਔਖਾ ਕੰਮ ਨਹੀਂ, ਸੌਖਾ ਕੰਮ ਨਹੀਂ ਹੈਗਾ। ਮੈਨੂੰ ਪਤਾ ਹੈ ਕਿ ਕਿੰਨੀਆਂ ਕੁ ਇਨਕੁਆਰੀਆਂ ਤੇ ਐਲੀਗੇਸ਼ਨ ਤੇ ਫਲਾਣਾ, ਤੇ ਕੋਈ ਵੀ ਜਿਹੜੀ ਹੈ ਨਾ, ਇੱਕ ਵੀ ਪਬਲਿਕ ਦੇ ਬੰਦੇ ਨੇ 40 ਸਾਲ ਦੀ ਨੌਕਰੀ ਦੇ ਵਿੱਚ ਮੇਰੇ ਖਿਲਾਫ ਐਪਲੀਕੇਸ਼ਨ ਨਹੀਂ ਦਿੱਤੀ। ਔਰ ਜਿਹੜੇ ਬੰਦੇ ਪੁਲਿਸ ਵਾਲੇ ਅੱਧੇ ਕੈਦ ਹੋ ਗਏ ਤੇ ਅੱਧੇ ਜਿਹੜੇ ਆ ਮਰੇ ਗਏ। ਅਸੀਂ ਬੜੇ ਆਰਾਮ ਨਾਲ ਆਪਣੇ ਘਰ ਬੈਠੇ ਆ, ਲੋਕਾਂ ਦੀ ਬੜੀ ਮਿਹਰਬਾਨੀ, ਹੁਣ ਵੀ ਮਾਣ ਸਤਿਕਾਰ ਦਿੰਦੇ ਆ ਤੇ ਗੱਲ ਕਰਦੇ ਆ। ਸੋ ਇਹ ਗੱਲਾਂ ਜਿਹੜੀਆਂ ਐਲੀਗੇਸ਼ਨ ਤਾਂ ਲਾਣੇ ਹੁੰਦੇ, ਲਾਈ ਜਾਣ ਦਿਓ, ਲੇਕਿਨ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਝੂਠੇ ਲਾ ਰਹੇ ਹਾਂ, ਜਾਂ ਉਹ ਝੂਠੇ ਐਲੀਗੇਸ਼ਨਾਂ ਦਾ ਕੋਈ ਸਿਰ ਨਹੀਂ ਹੁੰਦਾ, ਕੋਈ ਮੂੰਹ ਨਹੀਂ ਹੁੰਦਾ। ਸੋ ਸਾਨੂੰ ਤਕੜੇ ਹੋ ਕੇ ਜਿਹੜੇ ਵੀ ਲੋਕ ਚਾਹੁੰਦੇ ਆ, ਮੈਂ ਸਮਝਦਾ ਉਹਨਾਂ ਸਾਰੇ ਭਰਾਵਾਂ ਨੂੰ ਤੁਹਾਡੇ ਮਾਧਿਅਮ ਤੋਂ ਮੈਂ ਰਿਕੁਐਸਟ ਕਰਦਾ, ਭਾਵੇਂ ਉਮਰ 'ਚ ਮੇਰੇ ਤੋਂ ਵੱਡੇ ਆ ਜਾਂ ਸਿਆਣੇ ਆ, ਕਿ ਜੇ ਭਾਈ ਪੰਜਾਬ ਨੂੰ ਬਚਾਉਣਾ ਤੇ ਆਓ ਛਾਲ ਮਾਰੀਏ, ਤੇ ਛਾਲ ਮਾਰ ਕੇ ਇਕੱਠੇ ਹੋਈਏ, ਤੇ ਇਕੱਠੇ ਹੋ ਕੇ ਜਿਹੜੇ ਆ ਸਾਰੇ ਇਕੱਠੇ ਤਰ ਜਾਾਂਗੇ। ਜਿਨ੍ਹਾਂ ਨੇ ਨੌਕਰੀ 'ਚ ਕਰਪਸ਼ਨ ਨਹੀਂ ਕੀਤੀ, ਮੈਂ ਸਮਝਦਾ ਜੇ ਉਹਨਾਂ ਨੂੰ ਭਾਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਬਣਾ ਦਿਓ ਨਾ, ਉਹਨਾਂ ਨੇ ਕਰਪਸ਼ਨ ਨਹੀਂ ਕਰ ਸਕਣੀ। ਅੰਗਰੇਜ਼ ਜਦੋਂ ਜਾਣ ਲੱਗਾ ਤੇ ਸਾਡੇ ਇੱਕ ਰਿਸ਼ਤੇਦਾਰ ਬ੍ਰਿਗੇਡੀਅਰ ਸੀ, ਉਸ ਵੇਲੇ ਉਹ ਮੇਜਰ ਸੀਗੇ, ਉਹ ਦੱਸਣ ਲੱਗੇ, ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਅੰਗਰੇਜ਼ ਜਾਣ ਲੱਗਾ ਤੇ ਮੈਂ ਉਹਨੂੰ ਪੁੱਛਿਆ ਵੀ ਸਾਡੇ ਦੇਸ਼ ਦਾ ਕੀ ਬਣੇਗਾ? ਮੈਂ ਕਹਾਣੀ ਲੰਬੀ ਸੀ, ਛੋਟੀ ਕਰ ਦਿਆਂਗਾ। ਉਹ ਕਹਿਣ ਲੱਗਾ 17 ਸਾਲ ਤਾਂ ਇਸ ਤਰ੍ਹਾਂ ਦਾ ਰਾਜ ਰਹੇਗਾ ਜਿਸ ਤਰ੍ਹਾਂ ਦਾ ਅਸੀਂ ਹੈ, ਕਿਉਂਕਿ ਜਿਹੜੀ ਬਿਊਰੋਕ੍ਰੇਸੀ ਅਸੀਂ ਟ੍ਰੇਨਡ ਕਰ ਦਿੱਤੀ ਹੈ, ਇਹ 17 ਸਾਲ ਤੱਕ ਇਹਨਾਂ ਜੋ ਅੱਧੀ ਨੌਕਰੀ ਜਿਨ੍ਹਾਂ ਨੇ ਕਰ ਲਈ ਹੈ 17 ਸਾਲ ਬਾਅਦ ਰਿਟਾਇਰ ਹੋਣਗੇ। ਜਿਹੜੇ ਅਗਲੇ ਹੈਗੇ ਨਵੇਂ ਭਰਤੀ ਹੋਣਗੇ ਅੱਜ ਤੋਂ, ਉਹ ਵੀ ਜਿਹੜੇ ਇਹਨਾਂ ਥੱਲੇ 17 ਸਾਲ ਕੰਮ ਕਰਨਗੇ, ਉਹ ਵੀ ਰੈਫਰੀ ਨਹੀਂ ਕਰ ਸਕਣਗੇ। ਸੋ ਤੁਹਾਡੇ ਕਿਆਸ ਮਤਲਬ ਆਫਟਰ 34 ਈਅਰ ਇਟ ਵਿਲ ਬੀ ਯੋਰ ਕੰਟਰੀ ਐਂਡ ਯੋਰ ਐਡਮਿਨਿਸਟ੍ਰੇਸ਼ਨ। ਇਹ ਚੰਗੀ ਵੀ ਹੋ ਸਕਦੀ ਹੈ ਤੇ ਮਾੜੀ ਵੀ ਹੋ ਸਕਦੀ ਹੈ। 34 ਸਾਲ ਪਹਿਲਾਂ ਦੇ ਜਿਨ੍ਹਾਂ ਦੇ ਥੱਲੇ ਅਸੀਂ ਵੀ ਨੌਕਰੀ ਕੀਤੀ ਆ, ਅੱਜ ਹੀ ਕੋਈ ਬੰਦਾ ਕਹਿ ਰਿਹਾ ਸੀਗਾ ਕਿਸੇ ਬੰਦੇ ਨੂੰ ਮੇਰੇ ਬਾਰੇ ਕਿ ਦੇਖੋ ਜੀ ਇਹ ਦਰਵਾਜ਼ੇ ਜਿਹੜੇ ਨਾ ਜਿਹੜਾ ਦੀਵਾਲੀ ਵਾਲੇ ਦਿਨ ਘਰ ਤਾਲਾ ਲਾ ਕੇ ਇਹ ਕਹਿ ਦਿੰਦੇ ਸੀ ਵੀ ਸਾਹਬ ਘਰ ਹੈ ਨਹੀਂ, ਕਿ ਕਿਸੇ ਬੰਦੇ ਤੋਂ ਰਿਸੀਵ ਨਹੀਂ। ਅਸੀਂ ਸਾਰਾ ਕੁਝ ਉਹਨਾਂ ਤੋਂ ਪੁਰਾਣਿਆਂ ਤੋਂ ਸਿੱਖਿਆ, ਅਸੀਂ ਕੋਈ ਨਵੀਂ ਗੱਲ ਥੋੜੀ ਕੀਤੀ ਹੈ, ਅਸੀਂ ਵੀ ਕਿਸੇ ਤੋਂ ਟ੍ਰੇਨਡ ਹੋਏ ਆ। ਸੋ ਉਹ ਟ੍ਰੇਨਿੰਗ ਹੁਣ ਸਾਡੇ ਵੇਲੇ ਤੋਂ ਬਾਅਦ ਦੀ, ਜਦੋਂ 82 ਤੋਂ ਬਾਅਦ ਜਿਹੜੀ ਨਵੀਂ ਫੌਜ ਭਰਤੀ ਹੋਈ ਹੈ, ਜਿਹੜੀ ਅੱਤਵਾਦ ਦੇ ਵਿੱਚ ਆਈ ਹੈ, ਭਾਵੇਂ ਸਿਪਾਹੀ ਭਰਤੀ ਹੋਇਆ, ਭਾਵੇਂ IPS ਭਰਤੀ ਹੋਇਆ, ਭਾਵੇਂ PN ਭਰਤੀ ਹੋਇਆ ਤੇ ਭਾਵੇਂ IAS ਭਰਤੀ ਹੋਇਆ, ਉਹ ਸਾਰਿਆਂ ਨੇ ਉਸ ਸਿਸਟਮ ਦੇ ਵਿੱਚ ਪੈਦਾ ਹੋਏ ਜਿੱਥੇ ਕਰਪਸ਼ਨ ਕਰਨਾ ਕੋਈ ਉਹ ਨਹੀਂ ਸੀ। ਮਿਲੀਟੈਂਸੀ ਦੇ ਨਾਂ ਤੇ ਮਾਰ ਦੇਣਾ ਇਨੋਸੈਂਟ ਨੂੰ ਕੋਈ ਜੁਰਮ ਨਹੀਂ ਸੀ। ਲੋਕਾਂ ਨੂੰ ਮੈਂ ਸਮਝਦਾ, ਮੈਨੂੰ ਯਾਦ ਆ ਬੰਦਾ ਇਸ ਸੰਸਾਰ 'ਚ ਚਲਾ ਗਿਆ, ਬੇਚਰਾਗ ਪਿੰਡ ਅਜਨਾਲੇ 88 ਦੇ ਹੜਾਂ ਰੋੜੇ ਵਿਖਾਤੇ, ਜਿਹੜਾ ਪਿੰਡ ਹੀ ਬੇਚਰਾਗ ਹੈ, ਰੋਡ ਕਿੱਥੋਂ ਗਿਆ? ਤੇ ਕਰੋੜਾਂ ਰੁਪਇਆ ਦਾ ਘਪਲਾ ਹੋ ਗਿਆ। ਉਹ ਬੰਦੇ ਨੂੰ ਪਦਮ ਸ਼੍ਰੀ ਵੀ ਮਿਲ ਗਿਆ, ਤੇ ਜਿਹੜਾ ਦੂਜਾ ਸੀਗਾ ਉਹ ਜਿਹੜਾ PCS ਅਫਸਰ SDM ਅਜਨਾਲੇ ਸੀ ਲੱਗਾ, ਉਹ ਮੁੜ ਕੇ IAS ਵੀ ਹੋ ਗਿਆ। ਹੁਣ ਉਹ ਗੱਲ ਕੀ ਹੈ ਕਿ ਕਰਪਸ਼ਨ ਨੂੰ ਪ੍ਰਮੋਟ ਕੀਤਾ ਗਿਆ। ਉਸ ਵੇਲੇ ਅਸੀਂ ਦੇਖਿਆ ਨੌਕਰੀ 'ਚ ਇਹਨਾਂ ਨੇ ਕਿਹਾ ਕਿ ਯਾਰ ਕਰਪਸ਼ਨ ਕੀ ਕੋਈ ਬਾਤ ਮਤ ਕਰੋ। ਇੱਕ ਸਾਡੇ ਇੱਥੇ PM ਦਾਸ DIG ਸੀਗਾ, ਅਸੀਂ ਇੱਕ ਅਫਸਰ ਦੀ ਸ਼ਿਕਾਇਤ ਮੇਰੇ ਕੋਲ ਸੀ CID ਦੇ ਵਿੱਚ, ਕਿ 11 ਲੱਖ ਰੁਪਇਆ ਉਹਦੇ ਕੋਲੋਂ ਲੈ ਗਿਆ ਕਿਸੇ ਬੰਦੇ ਕੋਲੋਂ। ਉਹਨੂੰ ਬੁਲਾ ਕੇ SSP ਨੂੰ PM ਦਾਸ ਕਹਿਣ ਲੱਗਾ ਕਿ ਤੁਮਨੇ 11 लाख रुपया इससे लिया। वो कहना जी मैं 11 लाख नहीं लिया, मैं लिया 2.5 करोड़ रुपया। ਤੇ ਆ ਕਰਾਓ KPS ਗਿੱਲ ਨਾਲ ਗੱਲ ਮੇਰੀ, ਮੈਂ ਤੁਹਾਡੀ ਗੱਲ ਕਰਾਉਂਦਾ। ਉਹ DIG ਦੇ ਪੈਰ ਨਾਲ ਲੱਗਣ ਥੱਲੇ,
ਹਾਂਜੀ, ਮੇਰੇ ਸਾਹਮਣੇ ਉਹ ਵਿਚਾਰਾ ਉਹਨੂੰ ਕਦੇ ਗੁਲਾਬ ਜਾਮਣ ਖਿਲਾਵੇ ਤੇ ਕਦੇ ਚਾਹ ਪਿਆਵੇ ਤੇ ਬੋਲੇ ਬੈਠੋ ਬੈਠੋ ਸਾਹਿਬ ਆਪ ਕਿਆ ਖਾਓਗੇ, ਉਹ 11 ਲੱਖ ਰੁਪਇਆ ਭੁੱਲ ਹੀ ਗਿਆ। ਸੋ ਦਿਸ ਸਿਸਟਮ ਇੱਕ ਦਿਨ ਚ ਨਹੀਂ ਹੋਇਆ, ਇਹ ਟੋਟਲੀ ਕਰਪਟ ਸਿਸਟਮ ਹੈ ਔਰ 35-36 ਸਾਲ ਪੁਰਾਣੀ ਇਹ ਲੜਾਈ, ਤੁਹਾਨੂੰ ਇਹ ਗੰਦ ਕੱਢਣਾ ਪੈਣਾ ਹੈ ਸਾਰੇ ਪਾਸੇ ਵਿੱਚੋਂ। ਰਾਜਨੀਤੀ ਇਹਨਾਂ ਨੇ ਤਾਂ ਉਹ ਕਹਿੰਦੇ ਹਮ ਜਾਣਤੇ ਹੈ ਪੈਸੇ ਕੈਸੇ ਬਣਾਏ ਜਾਤੇ ਹੈ, ਤੁਸੀਂ ਸਾਡੇ ਨਾਲ ਸ਼ਾਮਲ ਹੋ। ਔਰ ਚੰਗੇ ਚੰਗੇ ਬੰਦੇ, ਜਿਹੜੇ ਬੰਦਿਆਂ ਤੋਂ ਬੜੀ ਆਸ ਕੀਤੀ ਜਾਂਦੀ ਸੀ ਪੰਜਾਬ 'ਚ ਬਦਲਾਵ ਲਿਆਉਂਦੇ, ਉਹ ਬੰਦੇ ਇਸ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੋ ਗਏ। ਅੱਜ ਵੀ ਸੜਕਾਂ ਦੇ ਉੱਤੇ ਗੁੰਡਾ ਟੈਕਸ ਦੀਆਂ ਪਰਚੀਆਂ ਲੈ ਕੇ ਲੋਕ ਬੈਠੇ ਆ ਤੇ ਉਹ ਸਾਫ਼ ਕਹਿੰਦੇ ਜੀ ਇਹ ਫਲਾਣੇ ਬੰਦੇ ਦੇ ਘਰ, ਫਲਾਣੇ ਮੰਤਰੀ, ਮੁੱਖ ਮੰਤਰੀ ਦੇ ਘਰ ਜਾਣੀ ਹੈ। ਉਹ ਇਹਨਾਂ ਵਾਸਤੇ ਲੜਨਾ ਪੈਣਾ ਔਰ ਲੜ ਉਹੀ ਬੰਦਾ ਸਕਦਾ ਜਿਹੜਾ ਮਜ਼ਬੂਤ ਹਿਰਦੇ ਵਾਲਾ ਹੋਵੇ। ਤੇ ਜੇ ਆਪਾਂ ਮਨ ਬਣਾ ਲਈਏ ਕਿ ਅਸੀਂ ਬਦਲਾਵ ਲਿਆਉਣਾ ਤੇ ਇਹ ਤਾਂ ਅੱਜ ਜਦੋਂ ਸੋਚ ਲਿਆ ਨਾ, ਸਵੇਰੇ ਬਦਲਾਵ ਆ ਜਾਣਾ। ਲੋਕ ਚਾਹੁੰਦੇ ਆ, ਬੰਦਿਆਂ ਨੂੰ ਛਾਲ ਮਾਰਨੀ ਪਏਗੀ, ਅੱਗੇ ਆਉਣਾ ਪਏਗਾ। ਮੈਂ ਇੱਕ ਹੋਰ ਗੱਲ ਕਹਿਣਾ, ਮੈਂ ਕਹਿਣਾ ਹੈ ਕਿ ਜੇਕਰ ਮੰਨ ਲਓ ਕੋਈ ਬੰਦਾ ਕੋਈ ਸਰਵਿਸਿਸ ਦੇਣ ਲਈ ਆ ਰਿਹਾ, ਉਹ ਤਾਂ ਇੰਨਾ ਸੈਲਫਿਸ਼ ਹੋਣਾ ਬਣਦਾ ਕਿ ਉਹਨੂੰ ਕੋਈ ਇੱਜ਼ਤ ਮਾਣ ਸਤਿਕਾਰ ਮਿਲੇ। ਜਿਹੜੇ ਵੀ ਬੰਦੇ, ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਘਰਾਂ 'ਚ ਮਜ਼ੇ ਨਾਲ ਬੈਠੇ ਆ, ਜੇ ਉਹਨਾਂ ਨੇ ਆਪਣਾ ਸਮਾਂ ਲਾਉਣਾ ਹੈ, ਜੇ ਉਹਨਾਂ ਨੇ ਆਪਣੀ એનર્ਜੀ ਲਾਉਣੀ ਹੈ, ਜੇ ਉਹਨਾਂ ਨੇ ਬਦਨਾਮੀ ਲੈਣੀ ਆ, ਜੇ ਉਹਨਾਂ ਨੇ ਜਿਹੜੇ ਦੂਜੀਆਂ ਰਵਾਇਤੀ ਧਿਰਾਂ ਤੋਂ ਐਲੀਗੇਸ਼ਨਸ ਲੈਣੇ ਆ, ਤੇ ਉਹਨਾਂ ਨੂੰ ਇੰਨਾ ਕੁ ਐਡਵਾਂਟੇਜ ਰਹਿਣਾ ਚਾਹੀਦਾ ਹੈ ਕਿ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਸਾਰੇ ਬੰਦੇ ਕਿਸੇ ਤਰੀਕੇ ਨਾਲ ਅਵਲਾਈਜ਼ ਹੋਣ। ਮੈਂ ਪਿੱਛੇ ਇੱਕ ਆਈਡੀਆ ਫਲੋਟ ਕਰ ਰਿਹਾ ਸੀ, ਮੈਨੂੰ ਨਹੀਂ ਪਤਾ ਵਿਧਾਨ ਪ੍ਰੀਸ਼ਦ ਕਿਵੇਂ ਕਾਇਮ ਹੁੰਦੀ, ਤਰੀਕੇਕਾਰ ਕੀ ਹੈ, ਕਿਵੇਂ ਆ, ਲੇਕਿਨ ਮੈਨੂੰ ਲੱਗਦਾ ਹੈ ਕਿ ਜੇਕਰ ਸੱਤਾ ਦੇ ਵਿੱਚ ਕੋਈ ਨਵੀਂ ਪਾਰਟੀ ਜਾਂ ਨਵੀਂ ਧਿਰ ਜਾਂ ਕੋਈ ਨਵੀਂ ਆਈਡੀਓਲੋਜੀ ਆ ਜਾਂਦੀ ਹੈ ਤੇ ਆਪਣੇ ਜਿੰਨੇ ਵੀ ਪ੍ਰੋਮੀਨੈਂਟ ਲੋਕ ਹੈ, ਡਾਕਟਰ ਸਾਹਿਬ ਵਰਗੇ, ਤੁਹਾਡੇ ਵਰਗੇ, ਜਾਂ ਤੁਸੀਂ ਤਾਂ ਫੀਲਡ ਵਿੱਚ ਆਉਣਾ ਚਾਹੁੰਦੇ ਹੋ, ਲੇਕਿਨ ਡਾਕਟਰ ਸਾਹਿਬ ਵਰਗੇ ਜਿਹੜੇ ਬੰਦੇ ਜਿਹੜੇ ਨਿੱਠ ਕੇ ਕੰਮ ਕਰਨ ਵਾਲੇ ਆ, ਉਹ ਵਿਧਾਨ ਪ੍ਰੀਸ਼ਦ ਦਾ ਹਿੱਸਾ ਹੋਣ। ਔਰ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਪ੍ਰੀਸ਼ਦ ਤੇ ਜਿਹੜੀ ਸਾਡੀ ਵਿਧਾਨ ਸਭਾ ਹੈ, ਦੋਵਾਂ ਦੇ ਵਿੱਚ 20-20 ਦਿਨ ਲੰਬੀਆਂ ਬਹਿਸਾਂ ਚੱਲਣ ਤੇ ਪੰਜਾਬ ਦਾ ਹਰੇਕ ਮਸਲਾ ਰਿਕਾਰਡ ਤੇ ਆਵੇ ਤੇ ਅਫਸਰਸ਼ਾਹੀ ਨੂੰ ਵੀ ਪਤਾ ਹੋਵੇ ਕਿ ਫਾਈਲਾਂ ਲੈ ਕੇ ਜਵਾਬ ਦੇਣਾ ਜਾਣਾ ਪੈਣਾ ਜਾਂ ਕੰਮ ਕਰਨੇ ਪੈਣੇ ਆ। ਸੋ ਇਹ ਹੋ ਸਕਦਾ, ਮੈਨੂੰ ਤਾਂ ਲੱਗਦਾ ਹੋ ਸਕਦਾ ਹੈ। ਸਿਰਫ ਆਪਣੇ ਆਪ ਨੂੰ ਥੋੜਾ ਖੜਾ ਕਰਨ ਦੀ ਲੋੜ, ਸਮਝਾਉਣ ਦੀ ਲੋੜ ਆ ਕਿ ਅਸੀਂ ਇਹ ਸਿਸਟਮ ਬਦਲਣ ਦੇ ਕਾਬਿਲ ਹੈ। ਗੱਲ ਇਹ ਹੈ ਰੰਧਾਵਾ ਸਾਹਿਬ, ਜਿੰਨੇ ਤੁਹਾਡੇ ਆਈਡੀਏ ਆ, ਇਹਨਾਂ ਤੇ ਬਹਿਸ ਕਰਨ ਦੀ ਲੋੜ ਨਹੀਂ, ਅਮਲ ਕਰਨ ਦੀ ਲੋੜ ਹੈ। ਔਰ ਇਹ ਜਿਹੜੀ ਚੀਜ਼ ਤੁਸੀਂ ਆਖੀ ਹੈ ਇਹ ਹੋ ਸਕਦੀ ਹੈ। ਭਾਈ ਵੀਰ ਸਿੰਘ ਹੋਰੀ ਵੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੈ, ਡਾਕਟਰ ਜੋਤ ਸਿੰਘ ਹੋਰੀ ਵੀ ਰਹੇ, ਅੱਛੇ ਲੋਕ ਰਹੇ, ਤੇ ਮੈਂ ਸਮਝਦਾ ਡਾਕਟਰ ਐਸਪੀ ਸਿੰਘ ਹੋਰੀ ਜਾਂ ਹੋਰ ਜਿਹੜੇ ਅੱਛੇ ਲੋਕ ਹੈਗੇ ਆ, ਇਹਨਾਂ ਦੇ ਉੱਥੇ ਇੰਟੈਲੈਕਚੁਅਲ ਬਹਿਸਾਂ ਹੋਣੀਆਂ ਚਾਹੀਦੀਆਂ। ਔਰ ਜਿਹੜਾ ਸੈਸ਼ਨ ਹੈ, ਤਨਖਾਹ ਤਾਂ ਹੀ ਮਿਲਣੀ ਚਾਹੀਦੀ ਹੈ ਜੇ ਘੱਟੋ ਘੱਟ 6 ਮਹੀਨੇ ਕੰਮ ਕਰ। ਇਹ ਨਹੀਂ ਕਿ 6 ਦਿਨ ਦਾ ਸੈਸ਼ਨ ਹੋਇਆ ਤੇ ਚਾਹ ਕੇ ਤਨਖਾਹ ਤੁਸੀਂ ਸਾਰੀ ਉਮਰ ਵਾਸਤੇ ਲੈ ਲਓ। ਤੇ ਪੈਨਸ਼ਨ ਉਨੀ ਕੀ ਮਿਲਣੀ ਚਾਹੀਦੀ ਹੈ ਜਿੰਨੀ ਬੰਦੇ ਨੇ ਕੰਮ ਕੀਤਾ ਹੋਵੇ, ਤੇ ਪੇ ਵੀ ਉਨੀ ਮਿਲਣੀ ਚਾਹੀਦੀ ਹੈ। ਸੋ ਇਹ ਜੋ ਕੁਝ ਹੋ ਰਿਹਾ ਨਾ, ਉਹ ਲੋਕਾਂ ਨੂੰ ਆਪਣੇ ਵਾਸਤੇ ਹੀ ਹੈ ਕਿ ਮੈਂ ਆਹ ਕਰਨਾ, ਮੈਨੂੰ ਇੰਨੀ ਮਿਲ ਜਾਏ ਤੇ ਉਹ ਮਿਲ ਜਾਏ। ਇਹ ਲੋਕ ਪੱਖੀ ਲੈ ਕੇ ਆਓ। ਹਾਂ, ਜਿਹੜੇ ਚੁਣੇ ਜਾਂਦੇ ਨੁਮਾਇੰਦੇ, ਉਹਨਾਂ ਦਾ ਖਰਚਾ ਹੁੰਦਾ, ਜਿੰਨਾ ਜੈਨੂਅਨ ਖਰਚਾ, ਉਹਦੇ 'ਚ ਉਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ, ਉਹਨਾਂ ਨੂੰ ਸਪੋਰਟ ਹੋਣੀ ਚਾਹੀਦੀ ਹੈ ਸਰਕਾਰ ਐਕਸਚੇਕਰ ਤੋਂ। ਲੇਕਿਨ ਜਿਹੜਾ ਐਕਸਟਰਾ ਖਰਚਾ ਆ, ਉਹ ਸਾਰੇ ਬੰਦ ਹੋਣੇ ਚਾਹੀਦੇ ਆ। ਪੈਨਸ਼ਨਾਂ ਬੰਦ ਹੋਣੀਆਂ ਚਾਹੀਦੀਆਂ। ਜੇ ਮੈਂ ਹੁਣ ਪੁਲਿਸ ਦੀ ਪੈਨਸ਼ਨ ਲੈ ਰਿਹਾ ਤੇ ਮੈਨੂੰ ਹੋਰ ਕਿਹੜੀ ਪੈਨਸ਼ਨ ਦੀ ਲੋੜ ਹੈ ਜੀ? ਹਾਂਜੀ। ਸੋ ਐਵੇਂ ਇੱਕ ਗੱਲ ਜਿਹੜੀ ਹੈ ਨਾ, ਇਹ ਸਾਰਾ ਕੁਝ ਹੀ ਬਦਲਾਵ ਲਿਆਉਣਾ ਪੈਣਾ। ਸੇਵਾ ਕਰਨ ਦੀ ਭਾਵਨਾ ਨਾਲ, ਪੰਜਾਬ ਬਚਾਉਣ ਦੀ ਭਾਵਨਾ ਨਾਲ। 10 ਸੈਕਿੰਡ ਲੈ ਲਿਓ, 10 ਸੈਕਿੰਡ ਲੈ ਲਿਓ, 10 ਸੈਕਿੰਡ ਲੈ ਲਿਓ। ਇੱਕੋ ਗੱਲ ਕਹਿਣੀ ਚਾਹੁੰਦਾ, 10 ਸੈਕਿੰਡ ਲੈ ਲਿਓ। ਮੈਂ ਇਹ ਸਮਝਦਾ ਕਿ ਮੈਂ ਜ਼ਮੀਨੀ ਹਕੀਕਤ ਦੇ ਲੜਾਈ ਕਰਨੀ ਔਰ ਲੜਨਾ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਹੈ। ਔਰ ਜੇ ਮੈਨੂੰ ਤੁਸੀਂ ਪੈਸਿਵ ਸਮਝਦੇ ਹੋ, ਮੈਂ ਐਕਟਿਵਲੀ, ਮੈਂ ਤੇ ਟੀਚਰ ਯੂਨੀਅਨ ਦੇ ਵਿੱਚ ਬਕਾਇਦਾ ਜੇਲ੍ਹਾਂ ਵੀ ਕੱਟੀਆਂ ਨੇ, ਸਭ ਕੁਝ ਕੀਤਾ, ਸਟੂਡੈਂਟਸ ਐਜੂਕੇਸ਼ਨ 'ਚ ਵੀ ਹੈ। ਮੇਰਾ ਤਾਂ ਇੱਕ ਬੜਾ ਕਲੀਅਰ ਵਿਚਾਰ ਹੈ ਕਿ ਪੈਚ ਵਰਕ ਨਾਲ ਇਹ ਸਿਸਟਮ ਨਹੀਂ ਬਦਲਦੇ ਹੁੰਦੇ। ਸਿਸਟਮ ਬਦਲਦਾ ਹੈ ਜਦੋਂ ਗ੍ਰਾਸ ਰੂਟ ਲੈਵਲ ਤੋਂ ਸਾਰਾ ਜਿਹੜਾ ਉਹ ਬਦਲੇ। ਔਰ ਇਹ ਜਿਹੜਾ ਕੰਮ ਹੈ, ਰਿਫਾਰਮੇਟਰੀ ਜਿਹੜਾ ਕੰਮ ਹੈ, ਮੈਂ ਇਕਬਾਲ ਸਿੰਘ ਨਾਲ ਬਿਲਕੁਲ ਸਹਿਮਤ ਨਹੀਂ ਕਿ ਜੇ ਵਿਧਾਨ ਪਰਿਸ਼ਦ ਜਾਂ MLA ਜਿਹੜੇ ਵੀ ਕਰਨ, ਕੋਈ ਤਨਖਾਹ ਜਾਂ ਕੋਈ ਪੈਨਸ਼ਨ ਜਿਹੜੀ ਉਹਨਾਂ ਨੇ ਅਖੀਰ ਤੇ ਗੱਲ ਕਹੀ ਕਿ ਜਿਹਦੇ ਕੋਲ ਵਸੀਲੇ ਜ਼ਿੰਦਗੀ 'ਚ ਹੈ ਨੇ, ਉਹਨੂੰ ਕਿਸੇ ਹੋਰ ਪਾਸੇ ਜਾਣ ਦੀ ਜਿਹੜੀ ਲੋੜ ਨਹੀਂ। ਲੇਕਿਨ ਇਹ ਸਾਰੇ ਪੈਚ ਵਰਕ ਨੇ। ਜੇਕਰ ਅਸੀਂ ਨਵੀਂ ਸੋਚ, ਨਵਾਂ ਆਧਾਰ, ਨਵਾਂ ਜਿਹੜਾ ਉਹ ਨੀਤੀ ਲੈ ਕੇ ਚੱਲਾਂਗੇ ਤੇ ਨਵਾਂ ਹੀ ਸਿਸਟਮ ਲੈ ਕੇ ਸਾਨੂੰ ਚੱਲਣਾ ਪਏਗਾ। ਇਹ ਸਿਸਟਮ ਦੇ ਵਿੱਚੋਂ ਇਹਨਾਂ ਪਾਰਟੀਆਂ ਦੇ ਜਿਹੜੇ ਐਗਜ਼ਿਸਟਿੰਗ ਪਾਰਟੀਆਂ ਨੇ, ਇਹਨਾਂ ਦੇ ਜਿਹੜਾ ਚੱਲ ਰਹੀ ਹੈ ਕੰਮ, ਉਹਨੂੰ ਅਪਲੋਡ ਕਰਕੇ ਹੀ ਨਵਾਂ ਸਿਸਟਮ ਉਸਾਰਿਆ ਜਾਏ, ਨਾ ਕਿ ਇਹਨਾਂ ਦੇ ਜਿਹੜੇ ਹੈ ਖੰਡਰਾਂ ਦੇ ਉੱਤੇ ਇੱਕ ਨਵਾਂ ਜਿਹੜਾ ਤੁਸੀਂ ਉਸਾਰੋ, ਉਹਦੇ ਨਾਲ ਜਿਹੜਾ ਉਹ ਰਿਜ਼ਲਟ ਜਿਹੜੇ ਨੇ। ਤੁਸੀਂ ਇਸੇ ਕੰਮ ਲਈ ਤੇ ਡਾਕਟਰ ਸਾਹਿਬ ਹੈਗੇ ਹੋ। ਤੁਸੀਂ ਉਹ ਦੇਖੋ, ਅਸੀਂ ਤਾਂ ਸੀਮਤ ਜੇ ਪਿੰਡੂ ਜੇ ਆ, ਤੁਸੀਂ ਤਾਂ ਉਹਨਾਂ ਬਹੁਤ ਚੀਜ਼ਾਂ ਨੂੰ ਸਮਝਦੇ ਹੋ, ਵਿੱਚ ਵੜ ਕੇ ਦੇਖਿਆ। ਤੁਸੀਂ ਉਹ ਦਿਓ ਨਾ ਜੀ,
ਤੁਸੀਂ ਉਹ ਦਿਓ। ਤਾਂ ਤੁਹਾਨੂੰ ਬਾਰ-ਬਾਰ ਕਹਿ ਰਹੇ ਆ, ਤੁਸੀਂ ਇੰਟੈਲੈਕਚੁਅਲ ਲੋਕ ਜਿਨ੍ਹਾਂ ਨੇ ਸਾਰੀ ਉਮਰ ਏਡੇ ਵੱਡੇ ਅਹੁਦੇ ਹੰਡਾਏ, ਤੁਹਾਨੂੰ ਬਰੀਕੀਆਂ ਪਤਾ ਹੈ। ਮੈਂ ਤਾਂ ਕਹਿਣ ਡਿਆ, ਉਹ ਕਹਿੰਦਾ ਸੀ ਕੇਜਰੀਵਾਲ ਲੋਕਪਾਲ ਦੀ ਗੱਲ, ਸਭ ਤੋਂ ਵੱਡਾ ਲੋਕਪਾਲ ਪੰਜਾਬ ਦੇ ਵਿੱਚ ਖੜਾ ਕਰ ਦਿਓ, ਜਿਹੜਾ ਕਿਤੇ ਕਰਪਸ਼ਨ ਕਰੇ ਉਹਨੂੰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਾ ਆਉਣ ਦਿਓ, ਇਹਦੀ ਜੋ ਕਰਪਸ਼ਨ ਕਰ ਦੇ। ਸੋ ਮੈਨੂੰ ਲੱਗਦਾ ਡਾਕਟਰ ਸਾਹਿਬ ਉਹ ਇੱਕ ਢਾਂਚਾ ਖੜਾ ਕਰਕੇ ਦਿਓ, ਉਹ ਨੈਤਿਕਤਾ ਦੇ ਆਧਾਰ ਤੇ ਕੁਝ ਕਰਕੇ ਦਿਓਗੇ ਨਾ, ਫਿਰ ਮੈਨੂੰ ਲੱਗਦਾ ਗੱਲ ਤੁਰ ਪਊਗੀ। ਦੇਖੋ ਤੁਸੀਂ ਸੂਤਰਧਾਰ ਬਣੋ, ਇਕਬਾਲ ਸਿੰਘ ਵਰਗੇ ਹੋਰ ਹੋਣ, ਮੈਂ ਨਾਲ ਹਾਂ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਔਰ ਪੂਰੀ ਤਰ੍ਹਾਂ ਜਿਹੜਾ ਉਹ ਹਰ ਲੈਵਲ ਤੇ ਕੰਮ ਕਰਨ ਨੂੰ ਤਿਆਰ ਹੁੰਦੇ ਹਾਂ ਅਸੀਂ, ਉਹ ਗੱਲ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਇਲੈਕਟੋਰਲ ਪ੍ਰੋਸੈਸ ਵਿੱਚ ਅਸੀਂ ਹਾਂ ਕਿ ਨਹੀਂ, ਜਾਂ ਸਾਡਾ ਕੀ ਆਧਾਰ ਹੈ, ਉਹ ਵੱਖਰੀ ਗੱਲ ਹੈ। ਲੇਕਿਨ ਗੱਲ ਜਿਹੜੀ ਗੱਲ ਇਕਬਾਲ ਸਿੰਘ ਨੇ ਕਿਹਾ, ਗੱਲ ਸ਼ੁਰੂ ਕਰੋ, ਕੋਈ 4 ਬੰਦੇ ਇਕੱਠੇ ਕਰਨ ਦੀ ਸ਼ੁਰੂ ਕਰੋ, ਦੇਖੋ ਰਿਜ਼ਲਟ ਕੀ ਆਉਂਦਾ, ਉਸ ਤੋਂ ਬਾਅਦ ਜਿਹੜਾ ਅੱਗੇ ਗੱਲ ਕਰਨ ਦੀ ਲੋੜ ਬਣੇਗੀ, ਪ੍ਰੈਕਟੀਕਲੀ ਅੱਗੇ ਕਿਵੇਂ ਚੱਲਣਾ। ਡਾਕਟਰ ਸਾਹਿਬ ਜਿਹੜੇ ਸਭ ਤੋਂ ਵਧੀਆ ਬੰਦੇ ਤੁਹਾਡੀ ਨਜ਼ਰ 'ਚ ਹੈ, ਤੁਸੀਂ ਜ਼ਰੂਰ ਉਹਨਾਂ ਨਾਲ ਇਸ ਗੱਲ ਤੇ ਅੱਗੇ ਵਧੋ ਤੇ ਗੱਲ ਤੋਰੋ। ਸਾਨੂੰ ਤਾਂ ਤੁਸੀਂ ਹੁਕਮ ਲਾਓ ਕਿ ਅਸੀਂ ਕਿੱਥੇ ਕਿੱਥੇ ਤੁਹਾਨੂੰ ਸਪੋਰਟ ਕਰਨਾ ਹੈ। ਤੁਸੀਂ ਉਹ ਲੀਡਰ ਹੋ ਜਿਹੜੇ ਦਿਮਾਗ ਵਾਲੇ, ਕਿਉਂਕਿ ਪੰਜਾਬੀਆਂ ਤੇ ਇਹ ਇਲਜ਼ਾਮ ਬੜਾ ਵੱਡਾ ਹੋ ਗਿਆ ਕਿ ਦਿਮਾਗੋਂ ਪੈਦਲ ਨੇ। ਹੁਣ ਤੁਹਾਡੇ ਸਿਰਾਂ ਦੀ ਲੋੜ ਆ। ਬਾਕੀ ਯੋਧੇ ਤਾਂ ਬੜੇ ਇੱਥੇ, ਤੁਹਾਨੂੰ ਵੀ ਪਤਾ, ਨਾਰੇ ਮਾਰਨ ਵਾਲਿਆਂ ਦੀ ਕੋਈ ਕਮੀ ਨਹੀਂ, ਜਦੋਂ ਮਰਜ਼ੀ ਇਕੱਠੇ ਕਰ ਲਿਓ। ਗੱਲ ਹੈ ਕਿ ਯੋਧੇ ਤੁਸੀਂ ਪੈਦਾ ਕਰੋ, ਅਸੀਂ ਨਾਲ ਉਹਨਾਂ ਨੂੰ ਅਗਵਾਈ ਕਰਨ ਲਈ, ਉਹਨਾਂ ਨੂੰ ਨੀਤੀਆਂ ਦੇਣ ਲਈ, ਉਹਨਾਂ ਦੀ ਸਟ੍ਰੈਟਜੀ ਬਣਾਉਣ ਲਈ ਉਹਨਾਂ ਦੇ ਸਲਾਹਕਾਰ ਹੋ ਸਕਦੇ ਹਾਂ। ਅਸੀਂ ਉਹਨਾਂ ਨੂੰ ਲੀਡ ਕਰਨ ਜੋਗੇ ਨਹੀਂ ਹੋ ਸਕਦੇ, ਮੈਂ ਬੜਾ ਸਪਸ਼ਟ ਹਾਂ। ਮਤਲਬ ਅਸੀਂ ਜੇਲ੍ਹ ਜਾਣ ਨੂੰ ਤਾਂ ਤਿਆਰ ਹਾਂ, ਲੇਕਿਨ ਨਾਲ ਜਿਹੜਾ ਲੈ ਕੇ ਚੱਲਣ ਵਾਲੀ ਜਿਹੜੀ ਸਮਰੱਥਾ ਹੈ, ਇੱਕ ਪਬਲਿਕ ਇੱਕ ਮੂਵਮੈਂਟ ਜਿਹੜੀ ਬਣਾ ਕੇ ਚੱਲਣ ਵਾਲੀ ਸਮਰੱਥਾ ਹੈ, ਅਸੀਂ ਮੂਵਮੈਂਟ ਨੂੰ ਲੀਡਰ ਬਣ ਕੇ ਨਹੀਂ ਚਲਾ ਸਕਦੇ। ਅਸੀਂ ਮੂਵਮੈਂਟ ਦੇ ਬਿਹਾਈਂਡ ਦਾ ਸੀਨ ਔਰ ਉਹਦੇ 'ਚ ਜਿੰਨਾ ਕੰਮ ਹੈ, ਉਹ ਬੈਕਡੋਰ ਜਿਹੜਾ ਕੰਮ ਹੈ, ਉਹ ਸਾਰਾ ਕਰ ਸਕਦੇ ਹਾਂ। ਬਾਕੀ ਜਿਹੜੀ ਗੱਲ ਹੈ ਕਿ ਪ੍ਰੈਕਟੀਕਲੀ ਜਿੱਥੇ ਲੋੜ ਬਣਦੀ ਹੈ, ਭਾਵੇਂ ਉਹ ਜੇਲ੍ਹ ਦੀ ਗੱਲ ਹੋਵੇ ਤੇ ਭਾਵੇਂ ਦੂਜੀ ਹੋਵੇ, ਅਸੀਂ ਵੀ ਪੁਲਿਸ ਦੇ ਬੜੇ ਥ੍ਰੈਟ ਆਪਣੇ, ਮੈਂ ਜਿਹੜਾ ਸਟੂਡੈਂਟ ਔਰ ਇਹ ਟੀਚਰਸ ਯੂਨੀਅਨ ਤੱਕ ਵੀ, ਮਤਲਬ ਉਹ ਸਾਰੇ ਜਿਹੜੇ ਮੈਂ ਕੰਮ ਜਿਹੜੇ ਕੀਤੇ ਨੇ, ਉਹਦੇ 'ਚੋਂ ਇਹਨਾਂ ਥ੍ਰੈਟਸ ਵਿੱਚੋਂ ਖਾੜਕੂਵਾਦ ਵੀ ਇਹਨਾਂ ਥ੍ਰੈਟਸ ਦੇ ਵਿੱਚੋਂ ਮੈਂ ਹਿੱਸੇਦਾਰ ਹਾਂ। ਮੈਂ ਇਕੱਲਾ ਹੌਸਲੇ ਵਾਲਾ ਸੀ ਕਿ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋਧਪੁਰ ਜੇਲ੍ਹ ਵਿੱਚ ਸੈਂਟਰ ਬਣਾਇਆ ਸੀ ਤੇ ਯੂਨੀਵਰਸਿਟੀ ਦਾ ਕੋਈ ਟੀਚਰ ਸੈਂਟਰ ਛੱਡਣ ਜਾਣ ਨੂੰ ਤਿਆਰ ਨਹੀਂ ਸੀ, ਤੇ ਮੈਂ ਆਪਣੇ ਆਪ ਨੂੰ ਆਫਰ ਕੀਤਾ ਸੀ ਤੇ 1.5 ਮਹੀਨਾ ਜੋਧਪੁਰ ਜੇਲ੍ਹ ਦੇ ਵਿੱਚ ਰਹਿ ਕੇ ਉਹਨਾਂ ਦੇ ਐਗਜ਼ਾਮ ਵੀ ਲਏ, ਉਹਨਾਂ ਦੇ ਨਾਲ ਜਿਹੜਾ ਹੈ ਉਹ ਸਾਰੇ ਦਾ ਸਾਰਾ ਉਹਨਾਂ ਦੀਆਂ ਪ੍ਰੋਬਲਮਸ ਵੀ ਸੋਲਵ ਕੀਤੀਆਂ। ਡਰਨ ਵਾਲੀ ਉਸ ਵੇਲੇ ਦੇ ਸਰਕਾਰ ਦੇ ਵਿੱਚ ਉਹਨਾਂ ਨਾਲ ਇੰਟਰੈਕਸ਼ਨ ਰੱਖਣੀ ਜਾਂ ਉਹਦੇ ਜੇਲ੍ਹ 'ਚ ਜਾਣਾ ਜਿਹੜਾ ਸੀ, ਮੈਨੂੰ ਪਤਾ ਹੈ ਕਿ ਜੋਧਪੁਰ ਦੇ ਵਿੱਚ ਵੀ ਸਾਡੇ ਤੇ ਕਿੰਨੀ ਕੁ ਸਿਕਿਉਰਿਟੀ ਦੀ CID ਲੱਗੀ ਸੀ, ਉਹਦਾ ਕੋਈ ਅੰਦਾਜ਼ਾ ਨਹੀਂ ਸੀ। ਲੇਕਿਨ ਇਹ ਗੱਲਾਂ ਨਹੀਂ ਹੈ, ਲੇਕਿਨ ਇਹ ਸਾਰੀਆਂ ਗੱਲਾਂ ਉਸ ਵੇਲੇ ਨੇ ਜਦੋਂ ਗਰਾਊਂਡ ਜਿਹੜੀ ਹੈ ਤਿਆਰ ਹੁੰਦੀ ਹੈ। ਐਵੇਂ ਹੀ ਮਤਲਬ ਜਿਹੜਾ ਅਸੀਂ ਕਹੀ ਚੱਲੀਏ ਜੀ ਅਸੀਂ ਮਤਲਬ ਜਿਹੜਾ ਕਿ ਉਹ ਮਰਨ ਨੂੰ ਤਿਆਰ ਹਾਂ, ਮਰਨ ਨੂੰ ਤਿਆਰ ਸਾਰੇ ਹੁੰਦੇ ਨੇ, ਲੇਕਿਨ ਬੇਲੋੜੇ ਮਰਨ ਵਾਸਤੇ ਜਿਹੜਾ ਕੋਈ ਵੀ ਤਿਆਰ ਨਹੀਂ ਹੋਣਾ ਚਾਹੀਦਾ। ਇਹ ਮੇਰੀ ਜਿਹੜੀ ਹੈ ਇਹ ਵੈਸੇ ਵੀ ਸੰਦੇਸ਼ ਵੀ ਸਮਝੋ ਕਿ ਲੜੋ ਮਰੋ, ਲੇਕਿਨ ਮਰੋ ਉਸ ਵੇਲੇ ਜਿਸ ਵੇਲੇ ਮਰਨ ਦੀ ਕੋਈ ਵੈਲਿਊ ਜਿਹੜੀ ਹੈ ਉਹ ਬਣਦੀ ਹੈ। ਹਾਂ ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਹਨੂੰ ਦਿਲ ਤੇ ਲਾਇਆ ਥੋੜਾ ਜਿਹਾ ਕਿ ਤੁਹਾਨੂੰ ਪੈਸਿਵ ਕਿਹਾ ਗਿਆ। ਤੁਹਾਨੂੰ ਪੈਸਿਵ ਕਹਿਣ ਵਾਲਾ ਕੋਈ ਕਮਲਾ ਹੋਊ, ਸਾਡੀ ਤਾਂ ਇੰਨੀ ਜ਼ਰੂਰਤ ਨਹੀਂ ਕਾਰਨ ਹੈ ਕਿ ਤੁਸੀਂ ਦਿਨ ਦੇ ਵਿੱਚ ਲਗਭਗ ਅਜੇ ਵੀ 16 ਘੰਟੇ ਕੰਮ ਕਰਦੇ ਹੋ। ਤੁਹਾਨੂੰ ਰਾਤ ਨੂੰ 1 ਵਜੇ ਵੀ ਨੌਕ ਕਰਕੇ ਦੇਖ ਲਓ, ਤੁਸੀਂ ਉਵੇਂ ਹੀ ਖੜੇ ਹੁੰਦੇ ਹੋ ਤੇ ਅਰਲੀ ਮਾਰਨਿੰਗ ਵੀ ਤੁਸੀਂ ਉਵੇਂ ਹੁੰਦੇ ਹੋ, ਤੇ ਦੁਪਹਿਰੇ ਵੀ ਮੈਂ ਤੁਹਾਨੂੰ ਪੁੱਛਦਾ ਕਈ ਵਾਰੀ, ਆ ਤੀਜੀ ਚੌਥੀ ਵਾਰੀ ਹੋ ਗਿਆ ਕਿ ਡਾਕਟਰ ਸਾਹਿਬ ਕਿਤੇ ਖਾਣਾ ਖੁਣਾ ਖਾ ਕੇ ਰੈਸਟ ਤਾਂ ਨਹੀਂ ਕਰਨੀ? ਤੁਹਾਡੇ ਦੀਦਿਆਂ 'ਚ ਨੀਂਦ ਹੈ ਨਹੀਂ ਤੇ ਤੁਹਾਡੇ ਪੈਰਾਂ ਦੇ ਵਿੱਚ ਅਜੇ ਕੁਝ ਐਸਾ ਆਰਾਮ ਨਹੀਂਗਾ। ਤਾਂ ਤੁਸੀਂ ਐ ਨਾ ਸੋਚੋ, ਇਹ ਇਨ ਟੋਟੈਲਿਟੀ ਗੱਲ ਕਰਦੇ ਹਾਂ ਅਸੀਂ। ਦੂਜੀ ਗੱਲ ਜਿਹੜੀ ਸਭ ਤੋਂ ਮੈਂ ਇਹਨੂੰ ਵਿਰਾਮ ਦਿਆਂ ਕਿ ਪੰਜਾਬ ਫਰੰਟ ਤੇ ਇਹ ਪੰਜਾਬ ਫਰੰਟ ਨਾਂ ਦਾ ਇੱਕ ਅਸੀਂ ਮੰਚ ਜਿਹੜਾ ਜਿਹਨੂੰ ਗੈਰ ਰਸਮੀ ਕਹਿ ਰਹੇ ਸੀ, ਇਨਫਾਰਮਲ, ਜਿਹਦੇ ਵਿੱਚ ਅਸੀਂ ਅੱਗੇ ਵਧਣਾ ਚਾਹ ਰਹੇ ਹਾਂ ਕਿ ਅਸੀਂ ਇਹਨਾਂ ਬਹਿਸਾਂ ਨੂੰ ਅੱਗੇ ਵਧਾਈਏ, ਜਿਹਦੇ ਵਿੱਚ ਕੋਈ ਬੈਨਰ ਜਾਂ ਕੁਝ ਇਸ ਤਰ੍ਹਾਂ ਦਾ ਨਾ ਹੋਵੇ ਜਿੱਥੇ ਸਾਨੂੰ ਲਿਮਟ ਹੋਵੇ। ਸੋ ਅੱਜ ਮੈਨੂੰ ਚੰਗਾ ਲੱਗ ਰਿਹਾ। ਸਰਦਾਰ ਇਕਬਾਲ ਸਿੰਘ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਆ, ਔਰ ਇਹਨੂੰ ਅਸੀਂ ਅੱਗੇ ਸੰਵਾਦ ਨੂੰ ਵਧਾਵਾਂਗੇ ਦੋਸਤੋ। ਔਰ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਉਹ ਲੋਕ ਜਿਹੜੇ ਬਹੁਤ ਵੱਡੇ ਅਹੁਦਿਆਂ ਤੇ, ਜਿਨ੍ਹਾਂ ਦੇ ਵਿੱਚ ਚੀਫ ਸੈਕਟਰੀ ਪੰਜਾਬ ਵੀ ਰਹੇ, ਜਿਨ੍ਹਾਂ ਦੇ ਵਿੱਚ DGP ਪੰਜਾਬ ਰਹੇ, ਜਿਨ੍ਹਾਂ ਦੇ ਵਿੱਚ ਸਫੀਰ ਰਹੇ, ਉਹਨਾਂ ਨੂੰ ਵੀ ਨਾਲ ਲਵਾਂਗੇ। ਸਰਦਾਰ ਤਰਲੋਚਨ ਸਿੰਘ, ਮੈਂ ਰਿਪੀਟ ਕਰਦਿਆਂ, ਉਹਨਾਂ ਨੇ ਆਉਣਾ ਸੀ, ਉਹ ਅੱਜ ਆ ਨਹੀਂ ਸਕੇ, ਲੇਕਿਨ ਇਹ ਉਹਨਾਂ ਨੇ ਮੈਨੂੰ ਇੱਕ ਆਈਡੀਆ ਵੀ ਫਲੋਟ ਕੀਤਾ ਸੀਗਾ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋ ਜਿਹਦੇ ਵਿੱਚ ਤੁਹਾਡੀ ਸੀਮਾ ਨਾ ਹੋਵੇ ਕਿ ਤੁਸੀਂ ਗੱਲ 15 ਮਿੰਟਾਂ 'ਚ ਮੁਕਾਉਣੀ ਜਾਂ ਘੰਟੇ 'ਚ। ਗੱਲ ਤੁਰਦੀ ਹੈ ਤੇ ਤੁਰਨ ਦਿਓ। ਸੋ ਸਰਦਾਰ ਸਾਹਿਬ ਜਾਂਦੇ ਜਾਂਦੇ ਕੁਝ ਕਹਿਣਾ ਤੇ ਮੈਨੂੰ ਲੱਗਦਾ ਮੈਨੂੰ ਖੁਸ਼ੀ ਹੋਊਗੀ। ਰੰਧਾਵਾ ਸਾਹਿਬ, ਤੁਸੀਂ ਬਹੁਤ ਅੱਛੀਆਂ, ਡਾਕਟਰ ਸਾਹਿਬ ਨੇ ਵੀ ਗੱਲਾਂ ਕੀਤੀਆਂ, ਪੁਰਾਣੇ ਆਪਣੇ ਵੱਡੇ ਭਰਾਵਾਂ ਦਾ ਸਤਿਕਾਰ ਕਰਨਾ। ਔਰ ਮੈਂ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਮੇਰੇ ਸਾਥੀ ਹੈ, ਜਿਹੜੇ ਕੰਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ ਮਿਲੀਏ। ਤੀਜੀ ਅਗਲੀ ਗੱਲ ਹੈ ਕਿ ਲੋਕ ਤਿਆਰ ਹੈਗੇ ਆ,
ਬਿਲਕੁਲ ਤਿਆਰ ਹੈ। ਲੋਕ ਸਾਡੀ ਇੰਤਜ਼ਾਰ ਕਰ ਰਹੇ ਆ ਕਿ ਤੁਸੀਂ ਆਓ, ਅਸੀਂ ਤੁਹਾਨੂੰ ਹੱਥਾਂ ਤੇ ਚੁੱਕੀਏ ਤੇ ਸਾਡਾ ਸੁਧਾਰ ਕਰੋ ਤੇ ਸਾਡੇ ਪੰਜਾਬ ਨੂੰ ਮੁੜ ਕੇ ਗੁਰੂਆਂ ਦਾ ਜਿਹੜਾ ਪੰਜਾਬ ਲਿਆਓ, ਜਿਹੜਾ ਇਹ ਸੋਹਣਾ ਦੇਸ਼ ਜਿਹੜਾ ਲੋਕੀ ਫੇਰ ਵੇਖਣਾ ਚਾਹੁੰਦੇ ਆ। ਨੰਬਰ 1 ਸਟੇਟ ਲੋਕੀ ਫੇਰ ਵੇਖਣਾ ਚਾਹੁੰਦੇ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਤਰੋ, ਇਹ ਯੁੱਧ ਲੜੇ ਬਿਨਾਂ ਨਹੀਂ ਸਰਨਾ। ਮੈਂ ਇਹ ਹੁਣ ਸੰਬੋਧਿਤ ਉਹਨਾਂ ਨੂੰ ਹੈ ਜਿਹੜੇ ਘਰਾਂ 'ਚ ਬੈਠੇ ਨੇ ਲੇਕਿਨ ਜਿਹੜੇ ਰਾਹ ਉਡੀਕਦੇ ਨੇ ਕਿ ਕੋਈ ਅੱਗੇ ਲੱਗੇ। ਇਹ ਕਾਫਲੇ ਬਣਦੇ ਆ ਔਰ ਇਹਨਾਂ ਕਾਫਲਿਆਂ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੁੰਦਾ ਹੈ। ਬਹੁਤ ਮਿਹਰਬਾਨੀ।